सत श्री अकाल जी, जी आया नूं देसी रंग शो दे विच बहुत निघा स्वागत। ते ये अद्धा घंटे का जिहड़ा प्रोग्राम आ दोस्तों तुहाडे लई मेरे लिए सारिਆਂ ਲਈ बहुत ही इंपॉर्टेंट हैगा। अज स्टूडियो दे विच साडे बड़े ही सत्कारयोग मेरे मित्र जगजीत साचा साहब पंजाब टैक्स सोल्यूशन तो स्टूडियो में पहुंचे हुए आ, क्योंकि अज का जिहड़ा विषय है अपने सारिਆਂ नाल रिलेटेड आ। सारिਆਂ नाल सानू जरूरत आ उह चीज़ां दी, क्योंकि असीं ना रीयल एस्टेट दे विच बहुत सारी इन्वेस्टमेंट करते हैं, एक तो ज़्यादा घर खरीदते हैं, बड़ियां सोहणियां सानू डील मिल जांदियां। क्योंकि मैं खुद एक रियल्टर हैगा जी, रीयल एस्टेट दे नाल कोई पिछले 4 साल के करीब मैनू समा हो चलिया। सो इस बिजनेस आया होया नूं सो हर रोज़ इंसान सिੱਖਦਾ है। ਜਦੋਂ ਕਿਤੇ ਅਸੀਂ ਇਨਵੈਸਟਮੈਂਟ ਕਰਨੀ ਹੈ ਐਜ ए ਰਿयल्टर ਦਾ ਕੀ ਯੋਗਦਾਨ ਹੋਣਾ ਚਾਹੀਦਾ ਹੈ, ਜਿਹੜੀ ਅਸੀਂ ਇਨਫੋਰਮੇਸ਼ਨ ਆਪਣੀ ਕਲਾਇੰਟ ਨੂੰ ਸਾਂਝੀ ਕਰਦੇ ਹਾਂ। ਉਸ ਤੋਂ ਬਾਅਦ ਇੱਕ ਟੈਕਸ ਅਕਾਊਂਟੈਂਟ ਜਿਹਨੇ ਟੈਕਸ ਕਿਹੜੇ ਟੈਕਸ ਤੁਹਾਨੂੰ ਲੱਗਣੇ ਆ, ਉਹਨਾਂ ਕਿਸ ਤਰ੍ਹਾਂ ਲੱਗਣੇ ਆ, ਉਹਨਾਂ ਦਾ ਕੀ ਰੋਲ ਆ, ਉਹਨਾਂ ਤੋਂ ਕਿੰਨੀ ਤੁਸੀਂ ਜਾਣਕਾਰੀ ਲੈਣੀ ਆ, ਉਹ ਸਾਰੀਆਂ ਗੱਲਾਂ ਬਾਤਾਂ, ਕਿਉਂਕਿ HST ਕਿੰਨਾ ਟੈਕਸ ਤੁਹਾਨੂੰ ਪੈਣਾ, ਉਹ ਸਾਰੀਆਂ ਗੱਲਾਂ ਬਾਤਾਂ ਕਰਨੀਆਂ ਆਪਾਂ ਜਗਜੀਤ साचा साहब के नाल स्टूडियो में आए आ। ते नाल ही साचा साहब नूं एक मैं 5 मिनट इन्हां तों लऊंगा, क्योंकि कोविड दे विच्चों असीं हौली हौली जिहड़ा ना बाहर निकल रहे हैं। काफ़ी औखा समा सीगा, काफ़ी बिजनेस ते औखा समा सी, काफ़ी वो लोग जिहड़े जॉब करते सीगे ते जिथे वो जॉब करते सी वो किसी ना किसी ने कारण नहीं जी, कोविड के कारणों करके उत्थे वो मुश्किल का समा चल रही, उहदे चों बाहर निकले, उन्हां दे की बैनीफिट सीगे निकल रहे आ। 5 मिनट आप साचा साहब की उसते लवांगे। सब तो पहला रसम मुताबक जी आया आखते हैं जगजीत भाई जी, जी आया सत श्री अकाल। सत श्री अकाल संदीप जी, थानू तो अपना TV प्रोग्राम देखने वाले सारे स्रोतिਆਂ ਨੂੰ जगजीत साचा ਵੱਲੋਂ ਤੇ पंजाब टैक्स की टीम ਵੱਲੋਂ प्यार भरी सत श्री अकाल जी। सत श्री अकाल। सब तो पहला तो जी ਕਹਿੰਦੇ ਹੁੰਦੇ ਵੀ ਆਪਾਂ ਰੀਓਪਨ 'ਚ ਆ ਗਏ। ਹਾਂਜੀ। ਸੋ ਆਊਟਸਾਈਡ ਸਰਕਾਰ ਨੇ ਕਹਿੰਦਾ ਕਿ 100 ਬੰਦਾ ਜਾ ਕੇ ਭਾਈ ਆਪਣਾ ਤੁਸੀਂ ਇੰਜੋਏ ਕਰ ਲਓ ਤੇ ਮੇਕ ਸ਼ੋਰ ਜਿਹੜੇ ਤੁਹਾਡੇ ਟੀਕੇ ਦੋਨੇ ਲੱਗੇ ਹੋਣੇ ਚਾਹੀਦੇ ਆ। ਹਾਂਜੀ। ਫੁੱਲੀ ਵੈਕਸੀਨੇਟਡ ਹੋਣਾ ਚਾਹੀਦਾ ਹੈ। ਹਾਂਜੀ। ਠੀਕ ਹੈ ਜੀ। ਇਨਸਾਈਡ ਇੱਕ ਥੋੜੀ ਜੀ ਖੁਸ਼ੀ ਦਾ ਮਾਹੌਲ ਜਿਹਾ ਆਇਆ, ਜੈਸੇ ਦਾ ਟਰੂਡੋ ਸਰਕਾਰ ਨੇ ਜਾਂ ਫੋਰਡ ਸਰਕਾਰ ਜਾਂ ਜਿਹੜੀਆਂ ਆਪਣੀਆਂ ਸਿਟੀ ਲੈਵਲ ਦੀਆਂ ਸਰਕਾਰਾਂ ਸੀ, ਉਹਨਾਂ ਨੇ ਲੋਕਾਂ ਨੂੰ ਬੜਾ ਗਮੀ 'ਚ ਆਉਣ ਨਹੀਂ ਦਿੱਤਾ। ਸਮਾਂ ਬੜਾ ਔਖਾ ਸੀਗਾ। ਮੈਂ ਚਾਹੁੰਦਾ ਸਾਚਾ ਸਾਹਿਬ ਜਿਹੜਾ ਅੱਜ ਦਾ ਵਿਸ਼ਾ ਆਪਾਂ ਐਕਚੁਅਲ ਜਿਹੜੀ ਗੱਲ ਕਰਨ ਲਈ ਮੈਂ ਤੁਹਾਨੂੰ ਅੱਜ ਬੁਲਾਇਆ ਸਟੂਡੀਓ ਦੇ ਵਿੱਚ ਕਿ ਆਪਾਂ ਲੋਕਾਂ ਨੂੰ एज ए टैक्स के नाल रिलेटेड जिहड़ियां HST ने उहदियां गल्लां बातां करनियां। पर मैं रिक्वेस्ट बेनती करूँगा तुहानूं कि 5 मिनट दे विच जिहड़े सरकारां द्वारा बैनीफिट आपां नूं दित्ते गए सी जी जां कुछ चल रहे आ है ना, उन्हां बारे चानना जिहा पा के एक वारी दसो। कईयां ने लै लए, कईयां ने नहीं लए, जे उन्हां नूं जरूरत आ ਉਹ ਤੁਹਾਡੇ ਨਾਲ ਗੱਲ ਕਰ ਸਕਣ। ਕਿਉਂਕਿ ਹਰ ਜਿਵੇਂ ਡਾਕਟਰ ਹੁੰਦਾ ਨਾ, ਇੱਕ ਡਾਕਟਰ ਹੁੰਦਾ ਅੱਖਾਂ ਦਾ ਸਪੈਸ਼ਲਿਸਟ, ਇੱਕ ਹਾਰਟ ਦਾ ਸਪੈਸ਼ਲਿਸਟ, ਇੱਕ ਫਲਾਨਾ ਸਪੈਸ਼ਲਿਸਟ, ਵੱਖਰੇ ਵੱਖਰੇ ਹੈ ਨਾ। ਤੇ ਕੁਛ ਹੁੰਦੇ ਆ ਕਿ ਅਸੀਂ ਟੈਕਸ ਦੇ ਨਾਲ ਹੀ ਰਿਲੇਟਡ ਆ ਤੁਹਾਡੇ ਵਾਲੀ ਮਤਲਬ ਬਿਜ਼ਨਸ ਦੇ ਵਿੱਚ, ਤੇ ਕੁਛ HST ਦੇ ਨਾਲ ਕੁਛ ਵੱਖਰਾ ਵੱਖਰਾ ਹੈ ਨਾ। ਸੋ ਉਹਨਾਂ ਨੂੰ ਕੁਛ ਜਿਹੜੇ ਬੈਨੀਫਿਟ ਨਹੀਂ ਲੈ ਸਕੇ ਉਹਨਾਂ ਦਾ ਹੱਕ ਬਣਦਾ ਸੀਗਾ। 5 ਮਿੰਟ ਲਾਓ ਜੀ ਪਲੀਜ਼, ਦੱਸੋ ਆਪਣੇ ਡੈਫੀਨਿਟਲੀ ਸੰਦੀਪ ਜੀ। ਜਿੱਦਾਂ ਪਿਛਲੇ ਸਾਲ ਆਪਣੇ 15 ਮਾਰਚ 2020 ਤੋਂ ਜੀ ਇਹ ਪ੍ਰੋਬਲਮ ਆਈ ਤੇ ਗਵਰਨਮੈਂਟ ਨੇ ਵੀ ਨਾਲੇ ਐਕਟ ਕਰਨਾ ਸ਼ੁਰੂ ਕਰ ਦਿੱਤਾ ਸੀ। ਤੇ ਜੋ ਉਸ ਟਾਈਮ ਤੁਸੀਂ ਵੀ ਦੇਖੋ ਆਪਾਂ ਨੂੰ ਲੱਗ ਰਿਹਾ ਸੀ ਕਿ 2-3 ਮਹੀਨੇ ਦੇ ਵਿੱਚ ਸਾਰਾ ਕੁਝ ਨਾਰਮਲ ਹੋ ਜਾਏਗਾ ਜੀ, ਪਰ ਸਟਿਲ ਹਲੇ ਤੱਕ ਦੇਖੋ ਉਹ ਚੀਜ਼ ਨਾਰਮਲ ਹੋਣ ਦਾ ਨਾਂ ਨਹੀਂ ਲੈ ਰਹੀ ਜੀ। ਠੀਕ ਹੈ। ਤੇ ਗਵਰਨਮੈਂਟ ਨੇ ਵੀ ਬੈਨੀਫਿਟ ਦੇ ਕੇ ਸਾਰਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਕਿ ਘਰ ਬੈਠੋ, ਕਿਉਂਕਿ ਸਪਰੈਡ ਹੋ ਰਿਹਾ ਸਾਰੇ ਪਾਸੇ। ਤੇ ਹਾਲੇ ਵੀ ਗਵਰਨਮੈਂਟ ਉਹ ਬੈਨੀਫਿਟ ਦੇ ਰਹੀ ਆ, ਉਹ ਚਾਹੇ ਕਿਸੇ ਨਾ ਕਿਸੇ ਰੂਪ 'ਚ ਦੇ ਰਹੀ ਆ, ਚਾਹੇ ਪਰਸਨਲ ਬੰਦੇ ਨੂੰ ਦੇ ਰਹੀ ਹੈ, ਚਾਹੇ ਕਾਰਪੋਰੇਸ਼ਨ ਵਾਲੇ ਨੂੰ ਦੇ ਰਹੀ ਹੈ, ਬਿਜ਼ਨਸ ਨੂੰ ਪ੍ਰਮੋਟ ਕਰ ਰਹੀ ਹੈ। ਥੋੜ੍ਹੇ ਜਿਹੇ ਬੈਨੀਫਿਟ ਹੈਗੇ ਜਿਹੜੇ ਹਾਲੇ ਵੀ ਚੱਲ ਰਹੇ ਹੈਗੇ, ਆਪਾਂ ਉਹਦੇ ਬਾਰੇ ਥੋੜ੍ਹਾ ਜਿਹਾ ਜੀ ਪਲੀਜ਼ ਕਰੀ ਪਾਵਾਂਗੇ। ਜਿਹੜਾ ਆਪਣੇ ਕੈਨੇਡਾ ਐਮਰਜੈਂਸੀ ਬੈਨੀਫਿਟ ਸੀ CRB, ਕੈਨੇਡਾ ਰਿਕਵਰੀ ਬੈਨੀਫਿਟ, ਸੌਰੀ, ਇਹ CRB ਹਾਲੇ ਵੀ ਪ੍ਰੋਗਰਾਮ ਗੌਰਮੈਂਟ ਦਾ ਚੱਲ ਰਿਹਾ, ਪਰ ਇਹਦੇ ਵਿੱਚ ਉਹਨਾਂ ਨੇ ਵੀਕ ਫਿਕਸ ਕੀਤੇ ਹੋਏ ਆ ਕਿ ਤੁਸੀਂ 26 ਵੀਕ ਲੈ ਸਕਦੇ ਆ, ਇੰਨੇ ਵੀਕ ਲੈ ਸਕਦੇ। ਉਸ ਤੋਂ ਬਾਅਦ ਸਟਿਲ ਤੁਹਾਨੂੰ ਲੋੜ ਹੈਗੀ ਆ ਉਹਦੀ, ਉਹਨਾਂ ਨੇ ਅਮਾਊਂਟ ਘਟਾ ਦਿੱਤੀ ਆ ਜੀ। ਮਤਲਬ ਪਹਿਲਾਂ ਜਿਸ ਤਰ੍ਹਾਂ ਦਾ ਸੀ ਕਿ $2000 ਮਹੀਨਾ ਮਿਲਦਾ ਸੀ, ਰਿਡਿਊਸ ਕਰਕੇ ਹੁਣ ਉਹ $1200 ਤੇ ਲੈ ਆਏ ਆ। ਓਕੇ। ਮਤਲਬ ਜਿਹੜੇ ਬਹੁਤ ਜ਼ਿਆਦਾ ਇੰਪੈਕਟ ਹਾਲੇ ਵੀ ਹੋ ਰਹੇ ਆ, ਸਟਿਲ ਉਹ ਐਲੀਜੀਬਲ ਹੈਗੇ ਆ, ਪਰ ਪਹਿਲਾਂ ਜਿੰਨੀ ਅਮਾਊਂਟ ਨਹੀਂ ਮਿਲੂਗੀ, ਥੋੜ੍ਹੀ ਜਿਹੀ ਅਮਾਊਂਟ ਘੱਟ ਮਿਲੇਗੀ, ਬਟ ਸਰਵਾਈਵ ਕਰ ਸਕਦੇ ਆ ਜੀ। ਇੱਦਾਂ ਹੀ ਗੌਰਮੈਂਟ ਨੇ ਬਿਜ਼ਨਸ ਵਾਸਤੇ ਹੁਣ ਜਿਸ ਤਰ੍ਹਾਂ ਆਪਣੇ ਕੈਨੇਡਾ ਵੇਜ ਸਬਸਿਡੀ ਚੱਲ ਰਹੀ ਸੀ, ਉਹ ਸਟਿਲ ਹਾਲੇ ਚੱਲ ਰਹੀ ਆ, ਰੈਂਟ ਸਬਸਿਡੀ ਹਾਲੇ ਚੱਲ ਰਹੀ ਆ। ਇੱਕ ਨਵਾਂ ਪ੍ਰੋਗਰਾਮ ਸ਼ੁਰੂ ਕਰਤਾ ਕੈਨੇਡਾ ਰਿਕਵਰੀ ਹਾਇਰਿੰਗ ਪ੍ਰੋਗਰਾਮ।
ਓਕੇ ਹਾਂਜੀ, ਉਹਦੇ ਵਿੱਚ ਆਏ ਜਦੋਂ ਤੁਸੀਂ, ਕਿਉਂਕਿ ਹੁਣ ਬਿਜ਼ਨਸ ਤਾਂ ਗਰੋ ਕਰ ਨਹੀਂ ਰਹੇ, ਇਨਕਮ ਆ ਨਹੀਂ ਰਹੀ ਹਲੇ, ਕਿਉਂਕਿ ਐਕਸਪੈਂਸ ਵੱਧ ਰਿਹਾ, ਤਾਂ ਗਵਰਨਮੈਂਟ ਨੇ ਉੱਥੇ ਵੀ ਜੇ ਤੁਸੀਂ ਕੋਈ ਨਵਾਂ ਇੰਪਲਾਈ ਹਾਇਰ ਕਰ ਰਹੇ ਆ ਤਾਂ ਉਹ ਇੰਪਲਾਈ ਕਿੱਦਾਂ ਦਾ ਹੋਣਾ ਚਾਹੀਦਾ, ਉਸ ਕੇਸ 'ਚ ਵੀ ਗਵਰਨਮੈਂਟ ਸਪੋਰਟ ਕਰ ਰਹੀ ਹੈ ਜੀ। ਇਹ ਨਵੰਬਰ ਤੱਕ ਚੱਲੇਗਾ ਜੀ ਪ੍ਰੋਗਰਾਮ ਇਹ। ਓਕੇ, ਠੀਕ ਹੈ ਜੀ। ਅਤੇ ਇਸ ਤੋਂ ਇਲਾਵਾ ਜਿੱਦਾਂ ਹੁਣ ਇਹ ਕਹਿੰਦਾ ਕਿ ਬਾਹਰ ਨਿਕਲੇ ਆਪਾਂ ਸਾਰੇ, ਇਹਨਾਂ ਨੂੰ ਜੇ ਟੂਰਿਜ਼ਮ ਇੰਡਸਟਰੀ ਸਭ ਤੋਂ ਜ਼ਿਆਦਾ ਇੰਪੈਕਟ ਹੋਈ ਆ। ਸਾਰੇ ਬੰਦੇ ਆਪਾਂ ਫੀਲਡ ਦੇਖ ਹੀ ਰਹੇ ਹਾਂ, ਟੂਰਿਜ਼ਮ ਹੋ ਗਿਆ, ਐਂਟਰਟੇਨਮੈਂਟ, ਕਿਉਂਕਿ ਮੈਂ ਖੁਦ ਇਸ ਬਿਜ਼ਨਸ ਨਾਲ ਜੁੜਿਆ ਹੋਇਆ ਜੀ। ਹਾਂਜੀ ਹਾਂਜੀ। ਹੁਣ ਇਹਨਾਂ ਨੇ ਟੂਰਿਜ਼ਮ ਰਿਲੀਫ ਫੰਡ ਜਿਹੜਾ ਇਹਨਾਂ ਦਾ ਡਿਪਾਰਟਮੈਂਟ ਹੈਗਾ, ਉਹਦੇ ਵੱਲੋਂ ਐਪਲੀਕੇਸ਼ਨਸ ਓਪਨ ਕੀਤੀਆਂ ਗਈਆਂ। $500 ਮਿਲੀਅਨ ਦਾ ਇਹਨਾਂ ਨੇ ਸਪੋਰਟ ਕਰਨਾ ਤਾਂ ਕਿ ਇਸ ਇੰਡਸਟਰੀ ਨੂੰ ਵੀ ਹੁਲਾਰਾ ਮਿਲੇ, ਤਾਂ ਕਿ ਇਹ ਆਪਣੇ ਪੈਰਾਂ 'ਤੇ ਫੇਰ ਆ ਸਕੇ ਜੀ। ਅਤੇ ਇਸ ਤੋਂ ਇਲਾਵਾ ਹੁਣ ਜਿਸ ਤਰ੍ਹਾਂ ਹੁਣ ਕਈ ਕੰਮ ਕਰਨਾ ਸ਼ੁਰੂ ਕਰ ਦਿੱਤਾ ਕਈਆਂ ਨੇ ਜੀ, ਥੋੜ੍ਹੀ ਇਨਕਮ ਆਉਣੀ ਸ਼ੁਰੂ ਹੋ ਗਈ, ਬਟ ਕਈਆਂ ਨੂੰ ਇਹ ਵੀ ਪਤਾ ਕਿ ਸਾਨੂੰ ਸਾਰਾ ਸਾਲ ਉਨੀ ਇਨਕਮ ਨਹੀਂ ਹੋਣੀ ਜਿੰਨੀ ਪਿਛਲੇ ਸਾਲ ਇਨਕਮ ਹੋਈ ਸੀ। ਇੱਕ ਆਪਾਂ ਕਾਫੀ ਪਹਿਲਾਂ ਇੱਕ ਸ਼ੋਅ 'ਚ ਆਪਾਂ ਡਿਸਕਸ ਕਰਦੇ ਹੁੰਦੇ ਸੀ, ਜਿਹਦਾ ਨੈਗੇਟਿਵ ਇੰਟਰਸਟ ਰੇਟ ਹੁੰਦੇ ਆ ਨਾ, ਨੈਗੇਟਿਵ ਟੈਕਸ, ਇਨਕਮ ਟੈਕਸ ਵੀ ਹੈਗਾ, ਵੀ ਤੁਹਾਨੂੰ ਗੌਰਮੈਂਟ ਟੈਕਸ ਭਰਨ ਦੇ ਪੈਸੇ ਦਿੰਦੀ ਆ। ਓਕੇ, ਠੀਕ ਹੈ, ਟੈਕਸ ਭਰੋ ਕਿ ਇੰਨੇ ਤੁਹਾਡੇ ਖਾਤੇ 'ਚ ਆਉਣਗੇ। ਹਾਂਜੀ, ਉਹਨੂੰ ਕਹਿੰਦੇ ਸੀ ਵਰਕਿੰਗ ਇਨਕਮ ਟੈਕਸ ਬੈਨੀਫਿਟ। ਜੇ ਕਿਸੇ ਦੀ ਲੋ ਇਨਕਮ ਸੀ ਤਾਂ ਗਵਰਨਮੈਂਟ ਆਪਣੇ ਕੋਲ ਸਪੋਰਟ ਕਰਦੀ ਸੀ। ਅਤੇ ਹੁਣ ਉਹ ਜਿਹੜਾ ਵਰਕਿੰਗ ਇਨਕਮ ਟੈਕਸ ਬੈਨੀਫਿਟ ਹੈਗਾ ਇਸ ਸਾਲ ਵਾਸਤੇ, ਹੁਣ ਸਪੋਜ਼ ਕਰੋ ਪਿਛਲੇ ਸਾਲ ਕੋਈ 30, 40, 50 ਹਜ਼ਾਰ ਕਮਾਉਂਦਾ ਸੀ, ਇਸ ਸਾਲ ਕੰਮ ਸਲੋ ਆ, ਹਾਲੇ ਸ਼ੁਰੂ ਨਹੀਂ ਹੋਇਆ, ਉਹਦੀ ਇਨਕਮ ਘਟ ਗਈ ਹੈ, 20-22 ਹਜ਼ਾਰ ਹੀ ਰਹਿ ਗਈ ਆ, ਜਾਂ ਉਸ ਤੋਂ ਵੀ ਥੱਲੇ ਆ ਗਿਆ ਹੈਗਾ, ਜਾਂ 30 ਹਜ਼ਾਰ ਰਹਿ ਗਈ ਆ ਜੀ। ਤਾਂ ਉਹਦੇ ਵਾਸਤੇ ਵੀ, ਕਿਉਂਕਿ ਹੁਣ ਉਹ ਬੈਨੀਫਿਟ ਤਾਂ ਐਲੀਜੀਬਲ ਨਹੀਂ ਆ ਰਿਹਾ ਕਿਸੇ 'ਚ, ਪਰ ਉਹਨੂੰ ਸਪੋਰਟ ਤੇ ਹਾਲੇ ਵੀ ਲੋੜ ਹੈਗੀ ਆ। ਤਾਂ ਜਿਹੜਾ ਵਰਕਿੰਗ ਇਨਕਮ ਟੈਕਸ ਬੈਨੀਫਿਟ ਹੈਗਾ, ਗਵਰਨਮੈਂਟ ਨੇ ਇੰਡੀਵਿਜੂਅਲ 1400 ਤੋਂ ਲੈ ਕੇ ਫੈਮਿਲੀ ਨੂੰ $2400 ਤੱਕ ਐਕਸਟਰਾ ਸਪੋਰਟ ਕਰਨ ਦੀ ਕੋਸ਼ਿਸ਼ ਕੀਤੀ ਆ। ਬਟ ਇਹਨੂੰ ਅਪਲਾਈ ਕਰਨ ਦੀ ਲੋੜ ਨਹੀਂ ਜਦੋਂ ਤੁਸੀਂ 2021 ਦਾ ਟੈਕਸ ਰਿਟਰਨ ਭਰਨਾ ਹੈਗਾ। ਜੇ ਤੁਹਾਡੀ ਇਨਕਮ ਉਸ ਕ੍ਰਾਈਟੇਰੀਆ ਦੇ ਵਿੱਚ ਹੋਈ ਤਾਂ ਆਟੋਮੈਟਿਕ ਇਹ ਐਪਲੀਕੇਬਲ ਹੋ ਜਾਏਗਾ ਤੁਹਾਡੇ ਵਾਸਤੇ। ਓਕੇ, ਵੈਰੀ ਗੁੱਡ, ਠੀਕ ਹੈ ਜੀ। ਤੇ ਇਹ ਥੋੜ੍ਹੇ ਜਿਹੇ ਬੈਨੀਫਿਟ ਸੀ ਜਿਹੜੇ ਹਲੇ ਵੀ ਚੱਲ ਰਹੇ ਆ। ਇੱਕ ਹੋਰ ਵੀ ਚੀਜ਼ ਆ, ਕਈ ਆਪਾਂ ਸੋਚਦੇ ਹਾਂ ਕਿ ਆਹ ਬੈਨੀਫਿਟਸ ਅਸੀਂ ਟੈਕਸ ਰਿਟਰਨ ਭਰਨ ਦੇ ਟਾਈਮ ਲੈ ਸਕਦੇ ਸੀ, ਜਿਹਦਾ ਹੋਮ ਆਫਿਸ ਦਾ ਕ੍ਰੈਡਿਟ ਸੀ ਕਿ ਘਰ ਬੈਠ ਕੇ ਅਸੀਂ ਕੰਮ ਕੀਤਾ। ਸਟਿਲ ਇਹਦੇ ਵਿੱਚ ਵੀ ਪ੍ਰੋਵੀਜ਼ਨਸ ਹੁੰਦੀਆਂ, ਇਹ ਨਹੀਂ ਕਿ ਤੁਸੀਂ ਟੈਕਸ ਭਰਤਾ ਤੁਹਾਨੂੰ ਬਾਅਦ 'ਚ ਪਤਾ ਲੱਗੇ ਤੁਸੀਂ ਨਹੀਂ ਲੈ ਸਕਦੇ। ਤੁਸੀਂ ਇਹਨੂੰ ਵੀ ਆਪਣੀ ਰਿਟਰਨ ਨੂੰ ਐਡਜਸਟਮੈਂਟ ਕਰਾ ਸਕਦੇ ਆ, ਆਪਾਂ ਕਰਕੇ ਉਹ ਬੈਨੀਫਿਟ ਲੈ ਸਕਦੇ ਜੀ। ਓਕੇ, ਵੈਰੀ ਗੁੱਡ, ਵੈਰੀ ਗੁੱਡ। ਸੋ ਮੋਸਟਲੀ ਅਸੀਂ ਜਿਹੜਾ ਅੱਜ ਦਾ ਇਹ ਪਹਿਲੇ 5-4 ਮਿੰਟ ਲਾਏ ਆ ਜੀ, ਉਹਦਾ ਇਹੀ ਸੀਗਾ ਕਿ ਕਿਹੜੇ ਬੈਨੀਫਿਟ ਸਰਕਾਰ ਨੇ ਸਾਨੂੰ ਦਿੱਤੇ ਆ। ਬੜੀ ਗੱਲਬਾਤ ਅੱਛੀ ਕਹੀ ਹੈ ਸੱਚ ਸਾਹਿਬ ਨੇ, ਕਿਉਂਕਿ ਹਰ ਬੰਦਾ, ਕਿਉਂਕਿ ਇਹਨਾਂ ਨੂੰ ਜਿੰਨਾ ਕੁ ਮੈਂ ਮਿਲਿਆ ਵਿਚ ਰਿਹਾ, ਬਾਈ ਜੀ ਹੁਣੀ ਬਹੁਤ ਇਹਨਾਂ ਦੀ ਟੀਮ ਮਿਹਨਤ ਕਰਦੀ ਆ, ਉਹ ਕਿਹੜੇ ਬੈਨੀਫਿਟ ਸਾਨੂੰ ਮਿਲਣੇ ਚਾਹੀਦੇ ਆ, ਸਾਡੇ ਹੱਕ ਆ। ਅਸੀਂ ਸਰਕਾਰ ਨੂੰ ਟੈਕਸ ਦਿੰਦੇ ਹਾਂ ਜਦੋਂ ਕੰਮ ਕਰਦੇ ਹਾਂ, ਅਤੇ ਸਾਨੂੰ ਰਿਟਰਨ ਜੇ ਸਾਨੂੰ ਜ਼ਰੂਰਤ ਆ ਉਹ ਮਿਲਦੀ ਆ। ਕਈ ਵਾਰ ਉਹ ਚੀਜ਼ ਰਹਿ ਜਾਂਦੀ ਹੈ ਨਾ, ਉਹ ਕਿੱਦਾਂ ਲੈਣੇ ਆ। ਸਕਰੀਨ 'ਤੇ ਨੰਬਰ ਵੀ ਜਗਜੀਤ ਸਾਚਾ ਸਾਹਿਬ ਦਾ ਆ ਰਿਹਾ, ਅਤੇ ਉਹ ਤੁਸੀਂ ਇਹਨਾਂ ਨਾਲ ਹੋਰ ਵਧੇਰੇ ਜਾਣਕਾਰੀ ਲਈ ਗੱਲਬਾਤ ਕਰ ਸਕਦੇ ਹਾਂ। ਸਾਚਾ ਸਾਹਿਬ ਹੁਣ ਆਓ ਐਕਚੁਅਲ ਜਿਹਦੇ ਲਈ ਮੈਂ ਤੁਹਾਨੂੰ ਬੇਨਤੀ ਕੀਤੀ ਅੱਜ। ਹਾਂਜੀ, ਠੀਕ ਹੈ ਜੀ, ਕਿ ਜਿਹੜੀ ਰੀਅਲ ਅਸਟੇਟ ਮਾਰਕੀਟ ਆ ਨਾ, ਇਹਨੇ ਬੂਮ ਆਇਆ ਹੋਇਆ। ਹਾਂਜੀ, ਮਾਰਕੀਟ ਦੇ ਵਿੱਚ ਤਕਰੀਬਨ ਕੋਈ ਲੈ ਕੇ 20 ਤੋਂ ਲੈ ਕੇ 30-35% ਤੱਕ ਜਿਹੜੇ ਜ਼ਮੀਨ ਦੇ, ਘਰਾਂ ਦੇ, ਔਰ ਇਹ ਨਹੀਂ ਕਿ ਇਕੱਲਾ GTA ਪੀਲ ਏਰੀਆ, ਔਰ ਜਿਹੜੇ ਬਾਹਰਲੇ ਮਤਲਬ ਪਿੰਡ ਸੀ ਛੋਟੇ ਛੋਟੇ, ਉਹਨਾਂ ਦੇ ਵਿੱਚ ਵੀ ਰੇਟ ਇਨਕਰੀਜ਼ ਹੋਏ ਆ। ਈਵਨ ਕਿ ਜਿਹੜਾ ਪੇਂਡੂ ਇਲਾਕਾ ਕਹਿ ਲਓ, ਛੋਟੇ ਮਤਲਬ ਟਾਊਨ ਕਹਿ ਲਓ, ਉਹਨਾਂ ਦੇ ਵਿੱਚ ਕਾਫੀ ਇਨਕਰੀਜ਼ ਹੋਏ ਆ। ਕੱਲ੍ਹ ਅਸੀਂ ਸੋਬਰਗ, ਜੇ ਮੈਂ ਸਹੀ ਪ੍ਰੋਨਾਊਂਸੀਏਸ਼ਨ ਕਰ ਰਿਹਾ, 27 ਤੇ ਪਿੰਡ ਆ, ਹਾਂਜੀ, ਉੱਥੇ ਅਸੀਂ ਅਜੇ ਹੌਬੀ ਕਬੂਤਰ ਉਡਾਉਣ ਆਉਂਦੇ ਹਾਂ। ਉੱਥੇ ਮੈਂ ਜਿਹੜੇ ਉਹ ਘਰਾਂ ਦੇ ਵਿੱਚ ਅੱਗੇ ਵੀ ਅਸੀਂ 3-4 ਸਾਲ ਤੋਂ ਜਾ ਰਹੇ ਹਾਂ, ਇੰਨੇ ਜਿਹੜੇ ਸੋਲਡ ਦੇ ਅਤੇ ਸੇਲ ਦੇ ਸਾਈਨ ਨਹੀਂ ਦੇਖੇ ਸੀਗੇ ਜਿੰਨੇ ਕਿ ਮੈਂ ਕੱਲ੍ਹ ਦੇਖੇ, ਹੈ ਨਾ। ਸੋ ਸਾਰੀ ਜਿਹੜੀ ਰੀਅਲ ਅਸਟੇਟ ਮਾਰਕੀਟ ਆ ਉਹ ਬੂਮ ਆਇਆ ਜੀ। ਹਾਂਜੀ, ਠੀਕ ਹੈ। ਅਤੇ ਉਹਦੇ ਵਿੱਚ ਕੀ ਹੁੰਦਾ ਜੀ, ਅਸੀਂ ਹਰ ਬੰਦਾ ਚਾਹੁੰਦਾ ਕਿ ਯਾਰ ਇੱਕ ਜਿੱਥੇ ਮੈਂ ਰਹਿਣਾ ਉਹ ਤਾਂ ਠੀਕ ਹੈ, ਜਾਂ ਜਿੱਥੇ ਮੈਂ ਰਹਿਣਾ ਉਹਦੇ ਵਿੱਚ ਉਹਦੀ ਵੈਲਿਊ ਜਿਹੜੀ ਹੈਗੀ ਆ ਉਹ 1.5 ਮਿਲੀਅਨ ਦੇ ਕਰੀਬ ਹੋ ਚੁੱਕੀ ਆ, ਅਤੇ ਜਿਹੜਾ ਮੇਰਾ ਲੋਨ ਆ ਉਹ 2-2.5 ਲੱਖ ਦਾ ਹੈ। ਮੈਂ ਉਹਦੇ ਵਿੱਚੋਂ ਪੈਸੇ ਕਢਾਵਾਂ ਅਤੇ ਅੱਗੇ ਮੈਂ ਇੱਕ ਇਨਵੈਸਟਮੈਂਟ ਕਰਾਂ। ਉਹਦੇ ਲਈ ਸਾਨੂੰ ਕਾਲ ਕਰਦੇ ਆ, ਸਾਡੇ ਕੋਲ ਬੜੇ ਸੋਹਣੇ ਪ੍ਰੋਜੈਕਟ ਆਉਂਦੇ ਆ। ਅਸੀਂ ਜਿਹੜਾ ਉਹ ਪ੍ਰੋਜੈਕਟ ਆ ਉਹ ਜਾਇਦਾਦ ਉਹਨਾਂ ਨੇ ਖਰੀਦਣੀ ਆ, ਉਹਨਾਂ ਦੀ ਇਨਵੈਸਟਮੈਂਟ ਅਸੀਂ ਕਰਾਉਣੀ ਆ ਜੀ। ਇਨਵੈਸਟਮੈਂਟ ਤੋਂ ਬਾਅਦ ਉਹ ਸਾਰਾ ਕੁਛ ਐਜ ਏ ਰਿਐਲਟਰੀ, ਕਈ ਵਾਰ ਅਸੀਂ ਜੋ ਕਹਿੰਦੇ ਆ, ਉਹ ਬੰਦਾ ਜਿਹੜਾ ਸਾਹਮਣਾ ਖਰੀਦਦਾਰ ਆ, ਜਿਹਨੇ ਇਨਵੈਸਟ ਕਰਨੀ ਆ, ਉਹ ਇਸ ਚੀਜ਼ ਸੋਚਦਾ ਹੈ ਕਿ ਬਸ ਇਹਨੇ ਮੈਨੂੰ ਦੱਸਤਾ ਤੇ ਇਹ ਸਾਰਾ ਪਾਰ ਹੋ ਗਿਆ ਜੀ, ਵੀ ਇਹਨੇ ਮੈਨੂੰ ਮਿਲੀਅਨ ਦੀ ਪ੍ਰਾਪਰਟੀ ਲੈਤੀ, ਉਸ ਤੋਂ ਬਾਅਦ ਰਿਐਲਟਰ ਨੇ ਕਿਹਾ ਜੀ 2-3 ਲੱਖ ਮੇਰੀ ਜੇਬ 'ਚ ਪੈ ਗਿਆ ਤੇ ਚਲੋ ਠੀਕ ਹੈ ਜੀ, ਮਾਰੋ ਕੱਛਾਂ ਪੰਜਾਬੀ ਦੇ ਵਿੱਚ, ਠੀਕ ਹੈ। ਸੋ ਉਹ ਚੀਜ਼ ਇੱਕ ਰਿਐਲਟਰ ਦੀ ਜਿਹੜੀ ਰਿਸਪੌਂਸੀਬਿਲਿਟੀ ਆ,
ਉਹਨੂੰ ਦੱਸਣਾ, ਉਹ ਪ੍ਰੋਪਰਟੀ ਬਾਰੇ ਦੱਸਣਾ, ਕਿੰਨਾ ਉਹਦਾ ਫਾਇਦਾ ਹੋਣਾ, ਦੂਜਾ ਹੋਣਾ। ਉਸ ਤੋਂ ਬਾਅਦ ਇੱਕ ਜੌਬ ਆਉਂਦੀ ਆ ਟੈਕਸ ਪਲੈਨਰ ਦੀ। ਹਾਂਜੀ, ਜਿਹੜੀ HST ਪੇ ਹੋਣੀ ਆ, ਉਹ ਟੈਕਸ ਕਿੱਦਾਂ ਹੋਣਾ, ਉਹ ਤੁਹਾਡੀ ਇਨਵੈਸਟਮੈਂਟ ਪ੍ਰਾਪਰਟੀ ਆ ਜਾਂ ਪ੍ਰਿੰਸੀਪਲ ਘਰ ਹੈਗਾ, ਕਿੰਨਾ ਕੁਛ ਹੀ ਆ ਜਾਂਦਾ ਉਹਦੇ ਵਿੱਚ। ਸਾਚਾ ਸਾਹਿਬ, ਮੈਂ ਹਮੇਸ਼ਾ ਜਦੋਂ ਮੈਨੂੰ ਜ਼ਰੂਰਤ ਪੈਂਦੀ ਹੈ ਮੈਂ ਤੁਹਾਨੂੰ ਕਾਲ ਕਰਦਾ ਕਿ ਮੈਂ ਕੋਸ਼ਿਸ਼ ਕਰਦਾ ਹੁੰਦਾ ਕਿ ਹਮੇਸ਼ਾ ਜਿਹੜੇ ਆਪਣੇ ਕਲਾਇੰਟ ਆ, ਜਿਹੜੇ ਮੇਰੇ ਤੇ ਵਿਸ਼ਵਾਸ ਕਰਦੇ ਆ, ਮੈਂ ਉਹਨੂੰ ਓਨੀ ਗੱਲ ਕਹਿ ਸਕਾਂ ਜਿਹੜੀ ਤੇ ਮੈਂ ਖਰਾ ਉਤਰ ਸਕਾਂ। 100% ਕੋਈ ਵੀ ਇਨਸਾਨ ਨਹੀਂ ਹੋ ਸਕਦਾਗਾ, ਹੈ ਨਾ। ਮੈਨੂੰ ਲੱਗੂਗਾ ਕਿ ਯਾਰ ਆਹ ਚੀਜ਼ ਆਈਆਂ ਤੇ ਮੈਂ ਤੁਹਾਡੇ ਤੋਂ ਰਹਿ ਲਵਾਂ। ਅੱਜ ਮੈਂ ਚਾਹੁੰਦਾ ਕਿ ਜਿਹੜੀ ਉਹ ਤੁਹਾਡੀ ਰਹਿ ਮੈਨੂੰ ਦੱਸਦੇ ਸੀ ਜਿਹੜੇ ਮੇਰੇ ਵੀਰ ਇਨਵੈਸਟਮੈਂਟ ਕਰਨ ਲਈ ਸੋਚ ਰਹੇ ਆ, ਜਾਂ ਮੇਰੇ ਵਰਗੇ ਬੰਦੇ ਜਦੋਂ ਅਸੀਂ ਸ਼ੁਰੂ ਕੀਤਾ ਰੀਅਲ ਏਸਟੇਟ ਮਾਰਕੀਟ ਨੂੰ ਜੁਆਇਨ ਕੀਤਾ, ਤੇ ਕਈ ਵਾਰ ਉਹ ਸਾਡੀਆਂ ਰਿਸ਼ਤੇਦਾਰੀਆਂ ਦੇ ਵਿੱਚ ਅਸੀਂ ਚੀਜ਼ਾਂ ਲੈ ਲੈਂਦੇ ਆ, ਪਰ ਜਦੋਂ ਸਾਨੂੰ ਪਤਾ ਲੱਗਦਾ ਫਿਰ ਕਈ ਵਾਰ ਸਾਡੀਆਂ ਰਿਸ਼ਤੇਦਾਰੀਆਂ 'ਚ ਕੜੱਤਣ ਆਉਂਦੀ ਆ। ਤੇ ਆਪਣਾ ਜਿਹੜਾ ਅੱਜ ਦਾ ਟੌਪਿਕ, ਅੱਜ ਦਾ ਵਿਸ਼ਾ ਕਰਨ ਦਾ ਇਹੀ ਆ ਕਿ ਇੱਕ ਤਾਂ ਸਾਡੇ 'ਚੋਂ ਕੜੱਤਣ ਨਾ ਆਵੇ, ਇੱਕ ਸਾਨੂੰ ਇਹ ਚੀਜ਼ਾਂ ਜ਼ਰੂਰ ਪਤਾ ਹੋਵੇ ਕਿ ਸੰਦੀਪ ਦਾ ਕਿਹੜਾ ਰੋਲ ਆ ਇਨਵੈਸਟਮੈਂਟ ਕਰਾਉਣ 'ਚ, ਸਾਚਾ ਸਾਹਿਬ ਦਾ ਕਿਹੜਾ, ਤੇ ਉਸ ਤੋਂ ਬਾਅਦ ਜਦੋਂ ਉਹਦੀ ਕਲੋਜ਼ਿੰਗ ਹੋਣੀ ਆ ਉਹ ਕਿਹਦਾ ਰੋਲ ਆ। ਜੀ ਪਲੀਜ਼। ਬਹੁਤ ਵਧੀਆ ਕੁਐਸਚਨ ਹੈ ਜੀ। ਇੱਥੇ ਹੀ ਆ ਕੇ ਜਿਹੜੇ ਤੁਸੀਂ ਕਹਿਣ ਲੱਗੇ ਸੀ ਨਾ ਕੜੱਤਣ ਕਿਉਂ ਆਉਂਦੀ ਆ, ਇਹਦੇ ਪਿੱਛੇ ਕੁਝ ਰੀਜ਼ਨ ਹੁੰਦੇ। ਕਈ ਵਾਰ ਅਸੀਂ ਇਮੋਸ਼ਨਲ ਹੋ ਕੇ ਚੀਜ਼ਾਂ ਦੇ ਪਿੱਛੇ ਪੈ ਜਾਂਦੇ ਹਾਂ, ਬਟ ਫੈਕਟ ਨਹੀਂ ਅਸੀਂ ਉਹਦੇ ਵਾਚ ਕਰਦੇ ਹੈਗੇ। ਹੁਣ ਰੀਅਲਟਰ ਦੀ ਆਪਣੀ ਰਿਸਪੌਂਸਿਬਿਲਿਟੀ ਹੈਗੀ, ਉਹਨੇ ਤੁਹਾਨੂੰ ਮਾਰਕੀਟ ਦੇ ਹਿਸਾਬ ਨਾਲ ਚੀਜ਼ ਲੱਭ ਕੇ ਦੇਣੀ ਆ। ਇਹਨੂੰ ਹੁਣ ਤੁਸੀਂ 3 ਹਿੱਸਿਆਂ 'ਚ ਡਿਵਾਈਡ ਕਰ ਲਓ। ਓਕੇ, ਇੱਕ ਰੀਅਲਟਰ ਹੋ ਗਿਆ ਜੀ, ਇੱਕ ਲਾਇਰ ਹੋ ਗਿਆ, ਇੱਕ ਅਕਾਊਂਟੈਂਟ ਹੋ ਗਿਆ ਜੀ। ਠੀਕ ਹੈ ਜੀ, ਤਿੰਨਾਂ ਦਾ ਬਰਾਬਰ ਪਾਰਟੀਸਪੇਸ਼ਨ ਹੁੰਦੀ ਆ, ਇਕੁਅਲ ਕੰਟਰੀਬਿਊਸ਼ਨ ਹੈਗਾ ਕਿਸੇ ਵੀ ਚੀਜ਼ ਦੇ ਲੈਣ ਦੇ ਵਿੱਚ। ਠੀਕ ਹੈ, ਹੁਣ ਆਪਾਂ ਸਪੋਜ਼ ਕਰੋ ਕਿ ਆਪਾਂ ਐਗਜ਼ਾਮਪਲ ਲੈ ਲੈਂਦੇ ਜੀ, ਤੁਸੀਂ ਤੁਹਾਡੇ ਕੋਲ ਕੋਈ ਨਵਾਂ ਪ੍ਰੋਜੈਕਟ ਹੈ, ਤੁਹਾਨੂੰ ਪਤਾ ਲੱਗ ਗਿਆ ਕਿ ਇਸ ਏਰੀਏ ਦੇ ਵਿੱਚ ਇਨ ਫਿਊਚਰ ਬੂਮ ਆਉਣਾ ਜਾਏ, ਇਹ ਹੈਗੀ ਤੁਹਾਡੀ ਜੌਬ ਬੇਸਿਕਲੀ ਜੀ। ਤੁਹਾਨੂੰ ਉਸ ਦੀ ਸਾਰੀ ਮਾਰਕੀਟਿੰਗ ਪਤਾ ਹੈਗੀ ਆ, ਸਾਰੀ ਤੁਸੀਂ ਹਾਊਸਿੰਗ ਇੰਡਸਟਰੀ ਨੂੰ ਵਾਚ ਕਰਦੇ ਆ, ਤੁਸੀਂ ਉਹ ਚੀਜ਼ ਦੱਸ ਸਕਦੇ ਆ। ਫਿਰ ਉਸ ਤੋਂ ਬਾਅਦ ਤੁਸੀਂ ਉਹਨੂੰ ਬਿਲਡਰ ਕੋਲ ਲੈ ਕੇ ਜਾਂਦੇ ਆ ਜੀ, ਵੀ ਹਾਂਜੀ ਚਲੋ ਇਹ 'ਚ ਵੀ ਆਪ 2 ਡਿਵੀਜ਼ਨ ਆ ਜਾਂਦੇ, ਇੱਕ ਪੁਰਾਣਾ ਲੈਣਾ ਕਿ ਆਪਾਂ ਨਵਾਂ ਲੈਣਾ, ਠੀਕ ਹੈ ਨਾ। ਫਿਰ ਅਸੀਂ ਬਿਲਡਰ ਕੋਲ ਚਲੇ ਜਾਂਦੇ ਹਾਂ, ਫਿਰ ਬਿਲਡਰ ਇੱਕ ਵੱਡਾ ਸਾਰਾ 50-60 ਪੇਜਾਂ ਦਾ ਐਗਰੀਮੈਂਟ ਦੇ ਦਿੰਦਾ। ਤੁਹਾਨੂੰ ਕੀ ਲੱਗਦਾ ਕਿਸੇ ਰੀਅਲਟਰ ਨੂੰ ਸਾਰਾ ਉਹਦੇ ਵਿੱਚ ਜੋ ਉਹਨਾਂ ਨੇ ਲਾਅ ਦੇ ਹਿਸਾਬ ਨਾਲ ਲਿਖਿਆ ਪਤਾ ਹੋਏਗਾ? ਕਿਸੇ ਨੂੰ ਨਹੀਂ ਪਤਾ ਹੁੰਦਾ, ਬਹੁਤ ਘੱਟ ਨੌਲੇਜ ਹੁੰਦੀ ਉਹਦੇ ਵਿੱਚ। ਉਹ ਕਿਹਦਾ ਕੰਮ ਹੈਗਾ? ਉਹ ਰੀਅਲਟਰ ਦਾ ਕੰਮ ਨਹੀਂ ਬੇਸਿਕਲੀ ਹੈਗਾ। ਉਹ ਰੀਅਲਟਰ ਦਾ ਕੰਮ ਇਹ ਨਹੀਂ ਹੈ ਕਿ ਉਹਨੂੰ ਗਾਈਡ ਕਰੇ ਵੀ ਹੁਣ ਤੂੰ ਭਾਈ ਆਪਣੇ ਲਾਇਰ ਕੋਲ ਚਲੇ ਜਾਏ, ਸਾਰਾ ਪੜ੍ਹਾ ਲਿਆ ਕਿ ਇਹਦੇ ਵਿੱਚ ਜੋ ਵੀ ਕਲੌਜ਼ਿਸ ਉਹਨਾਂ ਨੇ ਪਾਈਆਂ ਹੋਈਆਂ ਵੀ ਅਕੋਰਡਿੰਗ ਟੂ ਤੇਰੇ ਹਿਸਾਬ ਨਾਲ ਫਿੱਟ ਬੈਠਦੀਆਂ ਕਿ ਨਹੀਂ ਬੈਠਦੀਆਂ ਜੀ। ਪਹਿਲੀ ਚੀਜ਼ ਤਾਂ ਇਹ ਆ ਗਈ, ਠੀਕ ਹੈ। ਉੱਥੇ ਫਿਰ ਉਹ ਲਾਇਰ ਦਾ ਵਰਕਆਊਟ ਆ ਜਾਂਦਾ ਕਿ ਉਹਨੇ ਕੀ ਕੈਪਿੰਗ ਕਰਾਉਣਾ ਹੈ, ਕਿਹੜੇ ਉਹਦੇ ਚਾਰਜਿਸ ਹੈਗੇ ਆ। ਇੱਥੋਂ ਰੌਲਾ ਪਹਿਲਾਂ ਰੀਅਲਟਰ ਨਾਲ ਸ਼ੁਰੂ ਹੁੰਦਾ ਅਗਲੇ ਦਾ ਜੀ, ਜਦੋਂ ਤੂੰ ਮੈਨੂੰ ਫਲਾਣਾ ਦੱਸਿਆ ਸੀਗਾ ਤੇ ਉਹ ਚੀਜ਼ ਤਾਂ ਆ ਹੈ। ਹਾਂਜੀ ਜੀ, ਠੀਕ ਹੈ ਜੀ। ਉਸ ਤੋਂ ਬਾਅਦ ਆ ਗਿਆ ਨਾਲ ਦੀ ਨਾਲ ਤੁਹਾਨੂੰ ਆਪਣੇ ਅਕਾਊਂਟੈਂਟ ਨੂੰ ਵੀ ਮਿਲਣਾ ਚਾਹੀਦਾ ਜੇ ਇਨਵੈਸਟਮੈਂਟ ਪ੍ਰਾਪਰਟੀ ਹੈਗੀ ਆ ਉਹ, ਠੀਕ ਹੈ ਜੀ। ਤੇ ਇਨਵੈਸਟਮੈਂਟ ਪ੍ਰਾਪਰਟੀ ਵਾਸਤੇ ਪ੍ਰਿੰਸੀਪਲ ਹਾਊਸ ਵਾਸਤੇ ਕਿਉਂਕਿ ਟੈਕਸ ਐਗਜ਼ਾਮਸ਼ਨ ਹੈ, ਇਸ ਲਈ ਉੱਥੇ ਬਹੁਤੀ ਲੋੜ ਨਹੀਂ ਪੈਂਦੀ ਹੈਗੀ। ਤੇ ਤੁਸੀਂ ਜੇ ਇਨਵੈਸਟਮੈਂਟ ਪ੍ਰਾਪਰਟੀ ਹੈਗੀ ਆ, ਤੁਸੀਂ ਅਕਾਊਂਟੈਂਟ ਨੂੰ ਵੀ ਮਿਲਣਾ ਵੀ ਭਾਈ ਆਹ ਮੇਰੀ ਫਾਈਨੈਂਸ਼ੀਅਲ ਸਿਚੁਏਸ਼ਨ ਹੈਗੀ ਆ, ਆਹ ਮੇਰੀ ਇਨਕਮ ਹੈਗੀ ਆ, ਆਹ ਮੈਂ ਇਨਵੈਸਟਮੈਂਟ ਕਰਨ ਜਾ ਰਿਹਾ ਵੀ ਮੈਂ ਇਨਵੈਸਟਮੈਂਟ ਕਰਨੀ ਕਿੱਦਾਂ। ਤਾਂ ਫਿਰ ਉੱਥੇ ਆ ਜਾਂਦਾ ਸਾਡਾ ਰੋਲ। ਅਸੀਂ ਤੁਹਾਨੂੰ ਗਾਈਡ ਕਰਾਂਗੇ, ਤੂੰ ਇਹ ਸ਼ਾਰਟ ਟਰਮ ਰੱਖਣੀ ਆ, ਲੌਂਗ ਟਰਮ ਰੱਖਣੀ ਆ, ਕੀ 'ਚ ਕੰਪਲੀਕੇਸ਼ਨਸ ਅੱਗੇ ਆਉਣੀਆਂ। ਇਹ ਤਿੰਨੇ ਚੀਜ਼ਾਂ ਪੈਰਲਲ ਚੱਲਦੀਆਂ। ਹੁਣ ਹੋ ਕੀ ਰਿਹਾ ਜੀ, ਤੁਸੀਂ ਗਏ ਫਟਾਫਟ ਆਪਾਂ ਨੇ ਜੀ ਘਰ ਦੇਖਿਆ, ਬੁੱਕ ਕਰਾਤਾ, ਨਿਕਲ ਗਿਆ ਜੀ ਉੱਥੋਂ ਆਪਾਂ ਫਟਾਫਟ ਬੁੱਕ ਕਰਾਤਾ। ਅਸੀਂ ਲਾਇਰ ਕੋਲ ਜਾਂਦੇ ਹਾਂ ਜਦੋਂ ਸਾਡੀ ਕਲੋਜ਼ਿੰਗ ਹੋ ਜਾਂਦੀ ਆ ਜੀ। ਕਲੋਜ਼ਿੰਗ ਦੇ ਟਾਈਮ ਅਸੀਂ ਲਾਇਰ ਕੋਲ ਜਾਂਦੇ ਹਾਂ। ਉਦੋਂ ਤੱਕ ਜਦੋਂ ਲਾਇਰ ਕਹਿੰਦਾ ਵੀ ਇੰਨੇ ਐਕਸਟਰਾ ਚਾਰਜ ਤੈਨੂੰ ਪਿਆ, ਫਿਰ ਸਾਡਾ ਫੇਰ ਉੱਥੇ ਸਿਆਪਾ ਸ਼ੁਰੂ ਹੋ ਜਾਂਦਾ। ਠੀਕ ਹੈ, ਉਹ ਚੀਜ਼ਾਂ ਬਚਣ ਵਾਸਤੇ ਸਾਨੂੰ ਆਪ ਇੰਨੇ ਕੁ ਸਿਆਣੇ ਜਾਂ ਇੰਟੈਲੀਜੈਂਟ ਹੋਣਾ ਹੀ ਪਏਗਾ, ਕਿਉਂਕਿ ਜਦੋਂ ਅਸੀਂ ਕੋਈ ਪੈਸਾ ਖਰਚ ਕਰਦੇ ਹਾਂ ਸਾਨੂੰ ਖਰਚਣ ਦਾ ਮਤਲਬ ਪਤਾ ਹੋਣਾ ਚਾਹੀਦਾ। ਇਹ ਨਹੀਂ ਕਿ ਅਸੀਂ ਖਰਚਣ ਚੱਲੇ $50,000 ਤੇ $20,000 ਉੱਪਰ ਅਸੀਂ ਹੋਰ ਖਰਚਾ ਕਰਿਆ ਹੈ, ਜਿਹੜਾ ਕਿ ਬਜਟ ਸਾਡਾ ਹਿਲਾ ਦਿੰਦਾ ਹੁੰਦਾ। ਹਰੇਕ ਦਾ ਬਜਟ ਅਕੋਰਡਿੰਗ ਟੂ ਜੇ ਪ੍ਰੋਪਰਟੀ ਹੁੰਦਾ ਜਿੰਨੀ ਉਹਦੀ ਲਿਮਿਟ ਹੈਗੀ ਆ। ਤੇ ਫਿਰ ਉਸ ਤੋਂ ਬਾਅਦ ਅਸੀਂ ਜੀ ਜਦੋਂ ਉਹ ਕਲੋਜ਼ਿੰਗ ਹੋ ਗਈ, ਉਸ ਤੋਂ ਬਾਅਦ ਅਸੀਂ ਸਾਲ ਬਾਅਦ ਅਕਾਊਂਟੈਂਟ ਕੋਲ, ਉਦੋਂ ਤੱਕ ਅੱਧੀ ਮਨੀ ਤੁਸੀਂ ਮੇਰੇ ਹਿਸਾਬ ਨਾਲ ਲੂਜ਼ ਕਰ ਚੁੱਕੇ ਹੁੰਦੇ ਆ, ਜਿਹੜੀ ਤੁਸੀਂ ਬਚਾਉਣੀ ਹੁੰਦੀ ਆ। ਮਨੀ ਕਮਾਉਣ ਨਾਲੋਂ ਬਚਾਉਣਾ ਜ਼ਿਆਦਾ ਬੈਸਟ ਹੈ ਜੀ। ਥੋੜੀਆਂ ਜਿਹਨੂੰ ਕਹਿੰਦੇ ਇੰਡੀਆ 'ਚ ਆਪਾਂ ਸੁਣਦੇ ਹੁੰਦੇ ਛੋਟੀਆਂ ਬੱਚਤਾਂ, ਇਹ ਥੋੜਾ ਕਰਕੇ ਬਚਾਇਆ ਜਾਂਦਾ ਹੁੰਦਾ। 1 ਲੱਖ ਕੋਈ ਤੁਸੀਂ ਇਹ ਨਹੀਂ ਕਿ ਚੰਕ ਨਹੀਂ ਕਿਸੇ ਬਚਦਾ। ਨਾਲੇ ਸਾਚਾ ਸਾਹਿਬ ਜਿਹੜਾ ਇਹ ਅਸੀਂ ਚੀਜ਼ਾਂ ਖਰਚਣੀਆਂ, ਚੀਜ਼ਾਂ ਲੈਣੀਆਂ ਲੈਣੇ ਤਾਂ ਇਹ ਆਪਣੀ ਇਨਕਮ ਇਨਕਰੀਜ਼ ਕਰਨ ਲਈ ਆ, ਸਾਡੀ ਇਨਕਮ ਵਧਣੀ ਆ। ਤੇ ਬਚਤ ਕਰਕੇ ਬਚਤ ਤਾਂ ਹੀ ਹੋਊਗੀ ਨਾ ਜੇ ਅਸੀਂ ਜਿਹੜੀ ਇਨਵੈਸਟਮੈਂਟ ਕੀਤੀ ਆ ਉਹਦੇ ਵਿੱਚ ਛੋਟਾ ਅਸੀਂ ਬਚਾ ਕਰਾਂਗੇ, ਠੀਕ ਹੈ। ਔਰ ਤੁਹਾਡੇ ਕੋਲੇ ਅਸੀਂ ਆ ਕੇ ਖੜਦੇ ਹਾਂ ਬਿਲਕੁਲ ਐਂਡ ਤੇ, ਜਦੋਂ ਸਾਰਾ ਕੁਝ ਹੋ ਗਿਆ ਤੇ ਉਦੋਂ ਬਾਅਦ ਫਿਰ ਜਦੋਂ ਤੁਸੀਂ ਅੱਖਾਂ ਖੋਲਦੇ ਹੋ ਤੇ ਫਿਰ ਝਲਕ ਕੇ ਸਿੱਧਾ ਮਤਲਬ ਤੋਪ ਕਹਿੰਦੇ ਹੁੰਦੇ ਆ ਪੰਜਾਬੀ ਦੇ
ਵਿੱਚ ਰੀਅਲਟਰ ਨੂੰ ਪੈ ਜਾਣਾ ਸੀ। ਹਾਂਜੀ ਐਟ ਦੀ ਐਂਡ ਜਾ ਕੇ ਸਾਰਾ ਅਗਲੇ ਦਾ ਨਜ਼ਲਾ ਰੀਅਲਟਰ ਤੇ ਹੀ ਨਿਕਲਦਾ ਵੀ ਤੂੰ ਦੱਸਿਆ ਨਹੀਂ ਸੀ, ਆਹ ਸਾਨੂੰ ਟੈਕਸ ਪੈ ਗਿਆ ਫਲਾਣਾ। ਆਮ ਆਪਾਂ ਅਕਸਰ ਇਹੀ ਗੱਲਾਂ ਸੁਣਦੇ ਨਾ ਜੀ। ਇਸ ਲਈ ਪਹਿਲੀ ਗੱਲ ਤਾਂ ਰੀਅਲਟਰ ਦੀ ਰਿਸਪੌਂਸਿਬਿਲਟੀ ਇਹੀ ਹੈਗੀ ਆ ਕਿ ਉਹਨੂੰ ਕਹੇ ਭਾਈ ਆਪਣਾ ਲਾਇਰ ਤੇ ਆਪਣਾ ਅਕਾਊਂਟੈਂਟ ਦੋਨਾਂ ਕੋਲ ਜਾ ਕੇ ਆ, ਠੀਕ ਹੈ, ਆਹ ਚੀਜ਼ ਅਸੀਂ ਤੈਨੂੰ ਲੈ ਕੇ ਦੇ ਰਹੇ ਹਾਂ, ਆਹ ਮਿਲ ਰਹੀ ਹੈ ਤੇ ਕੋਈ ਇੰਨਾ ਟਾਈਮ ਫਰੇਮ ਆ। ਕਿਉਂਕਿ ਜਦੋਂ ਵੀ ਤੁਹਾਡੇ ਕੋਲ ਨਵੇਂ ਘਰ ਆਉਂਦੇ ਆ, ਕੁਛ ਵੀ ਇਨਵੈਸਟਮੈਂਟ ਪ੍ਰਾਪਰਟੀ ਹੁੰਦੀ ਆ, ਉਹ 'ਚ ਟਾਈਮ ਫਰੇਮ ਬਹੁਤ ਥੋੜ੍ਹਾ ਹੁੰਦਾ। ਅੱਛਾ, ਇੱਕ ਸੱਚ ਸਾਹਿਬ ਨਾਲ ਸੌਰੀ ਮੇਰੇ ਸਵਾਲ ਆਈ ਜਾਣਗੇ ਤੇ ਨਾਲ ਹੀ ਆਪਾਂ ਉਹਦੇ ਛੋਟੇ ਆਨਸਰ ਆ, ਕਿਉਂਕਿ ਮੈਂ ਚਾਹੁੰਦਾ ਨਾ ਇੱਕ ਤਾਂ ਆਪਾਂ 100% ਹੀ ਪ੍ਰੋਫੈਸ਼ਨਲੀ ਗੱਲ ਕਰਨੀ ਕਿਉਂਕਿ ਤੁਹਾਡੀ ਜੌਬ ਆ। ਇੱਕ ਹੁੰਦਾ ਕਿ ਕਈ ਵਾਰ ਨਾ ਸੌਖੇ ਜਿਹੇ ਤਰੀਕੇ ਨਾਲ ਬੰਦੇ ਦੇ ਪੱਲੇ ਪੈ ਜਾਵੇ ਉਹ ਚੀਜ਼, ਹੈ ਨਾ। ਸੋ ਓਕੇ, ਜਦੋਂ ਰੀਅਲਟਰ ਕੋਲੇ ਆਉਂਦੇ ਆ ਸਾਰਾ ਕੁਝ ਕਰ ਲਿਆ, ਹੈ ਨਾ, ਰੀਅਲਟਰ ਨੇ ਕਹਿਣਾ ਜੀ ਆ ਤੁਹਾਡੇ ਕੋਲ ਐਡਾ ਚਿੱਠਾ ਸੀਗਾ, ਤੁਸੀਂ ਪੜ੍ਹਨਾ ਸੀ। ਪਰ ਇਹ ਜੇ ਸਾਡੀ ਜ਼ਿੰਮੇਵਾਰੀ ਬਣ ਜਾਂਦੀ ਕਿ ਭਾਈ ਆਹ ਚੀਜ਼ ਮੈਂ ਲੈ ਕੇ ਦੇ ਰਿਹਾ ਤੈਨੂੰ, ਨਾਲ ਹੀ ਪੈਰਲਰ ਤੂੰ ਆਹ ਬੰਦੇ ਨੂੰ ਜਾ ਕੇ ਮਿਲ ਲਾ, ਹੈ ਨਾ। ਇੰਨਾ ਕੁ ਤਾਂ ਸਾਡਾ ਫਰਜ਼ ਬਣ ਜਾਂਦਾ ਨਾ ਕਹਿਣ ਦਾ, ਹੈ ਨਾ, ਕਿ ਉਦੋਂ ਬਾਅਦ ਤੂੰ ਅਗਲੀ ਪਲੈਨਿੰਗ ਆਪਣੀ ਕਰ। ਜੀ ਹਾਂਜੀ, ਉਹਦੇ ਵਿੱਚ ਕਿਸ ਤਰ੍ਹਾਂ ਹੁਣ ਜਿਸ ਤਰ੍ਹਾਂ ਆਪਾਂ ਕੋਈ ਪ੍ਰਿੰਸੀਪਲ ਹਾਊਸ ਲੈਣਾ, ਸਪੋਜ਼ ਕਰੋ ਆਪਾਂ ਅੱਜ ਨਵੇਂ ਘਰਾਂ ਤੋਂ ਹੀ ਸ਼ੁਰੂ ਕਰਾਂਗੇ ਕਿਉਂਕਿ ਆਪਣੇ ਟ੍ਰੈਂਡ ਬਹੁਤ ਆ ਵੀ ਨਵਾਂ ਘਰ ਬੁੱਕ ਕਰਾ ਲਓ, ਵੱਡਾ ਲੈ ਲਓ, ਇਹ ਕਰ ਲਓ, ਠੀਕ ਹੈ ਜੀ। ਜਦੋਂ ਅਸੀਂ ਨਵਾਂ ਘਰ ਬੁੱਕ ਕਰਾਉਣ ਜਾਂਦੇ ਹਾਂ, ਜਦੋਂ ਅਸੀਂ ਸਭ ਤੋਂ ਪਹਿਲਾਂ ਸਾਡੀ ਦੇਖਦੇ ਹਾਂ ਕਿ ਅਸੀਂ ਪ੍ਰਿੰਸੀਪਲ ਹਾਊਸ ਬੁੱਕ ਕਰਾਉਣਾ ਕਿ ਅਸੀਂ ਇਨਵੈਸਟਮੈਂਟ ਪ੍ਰਾਪਰਟੀ ਬੁੱਕ ਕਰਾਉਣੀ ਹੈਗੀ ਜੀ, ਕਿਉਂਕਿ ਨਵੇਂ ਘਰਾਂ ਦੇ ਵਿੱਚ HST ਐਪਲੀਕੇਬਲ ਹੈਗੀ ਆ ਜੀ। ਜਦ ਕਿ ਜੇ ਅਸੀਂ ਰੀਸੇਲ ਹੋਮ ਲੈਂਦੇ ਆ, ਆਲਰੇਡੀ ਜਿਹੜਾ ਬਿਲਟ ਅਪ ਹੋਇਆ, ਜਿਹਨੂੰ ਆਲਰੇਡੀ ਕਿਸੇ ਨੇ ਪਹਿਲਾਂ ਬਾਏ ਕੀਤਾ ਹੋਇਆ, ਉਹਦੇ ਵਿੱਚ HST ਨਹੀਂ ਹੁੰਦੀ, ਉੱਥੇ ਤੁਹਾਨੂੰ HST ਦਾ ਕੋਈ ਇੱਦਾਂ ਦੀ ਪ੍ਰੋਬਲਮ ਨਹੀਂ ਹੈਗੀ ਜੀ। ਹੁਣ ਪ੍ਰਿੰਸੀਪਲ ਹਾਊਸ ਦੇ ਵਿੱਚ ਆ ਕਿ ਤੁਸੀਂ ਘੱਟੋ ਘੱਟ 1 ਸਾਲ ਉਸ ਘਰ 'ਚ ਰਹੋ ਤਾਂ ਤੁਹਾਨੂੰ HST ਦੀ ਕੋਈ ਕੰਪਲੀਕੇਸ਼ਨ ਨਹੀਂ ਆਉਣ ਦੀ, ਤੇ ਬਿਲਡਰ ਹੀ ਆਟੋਮੈਟਿਕਲੀ HST ਦੀ ਰਿਬੇਟ ਗਵਰਨਮੈਂਟ ਤੋਂ ਤੁਹਾਡਾ ਇਨਵੈਸਟਮੈਂਟ ਪ੍ਰਿੰਸੀਪਲ ਹਾਊਸ ਕਹਿ ਕੇ ਲੈ ਲੈਂਦਾ। ਇਸ ਲਈ ਬੜੇ ਈਜ਼ੀਲੀ ਹੁਣ ਤੱਕ ਆਪਾਂ ਬਚਦੇ ਆਏ ਰਹੇ ਹਾਂ। ਬਟ ਹੁਣ ਪਿਛਲੇ 2 ਸਾਲਾਂ ਤੋਂ ਜੇ ਤੁਸੀਂ ਦੇਖੋ ਟ੍ਰੈਂਡ ਬੜਾ ਚੇਂਜ ਹੋ ਗਿਆ। ਸੱਚ ਸਾਹਿਬ ਪਲੀਜ਼ ਜ਼ਿਆਦਾ ਪੁਆਇੰਟ ਨੋਟ ਕਰ ਲਿਓ ਕਿਉਂਕਿ ਮੈਨੂੰ ਅਜੇ ਇੱਥੇ ਮੈਂ ਤੁਹਾਨੂੰ ਨਾ ਰੋਕਿਆ ਤੇ ਮੈਂ ਭੁੱਲ ਨਾ ਜਾਵਾਂ। ਅੱਛਾ ਜੀ। ਜਦੋਂ ਆਪਾਂ ਕਈ ਵਾਰ ਸ਼ੋਅ ਕਰਦੇ ਆ ਕਿ ਮੇਰਾ ਪ੍ਰਿੰਸੀਪਲ ਹਾਊਸ ਆ, ਇਹ ਦਿੱਤਾ ਅਸੀਂ ਰੈਂਟ ਤੇ ਹੁੰਦਾ ਹੈ, ਠੀਕ ਹੈ ਜੀ, ਤੇ ਜਦੋਂ ਉਹ ਸਾਰਾ ਕੁਝ ਹੋ ਕੇ 1 ਸਾਲ ਲੰਘਣ ਨਹੀਂ ਦਿੰਦੇ, ਵੇਟ ਕਰਦੇ ਰਹਿੰਦੇ ਨੇ 1 ਸਾਲ ਹੋਵੇ, HST ਜਿਹੜੀ ਰਿਬੇਟ ਆ ਉਹ ਲੈ ਲਈ, ਹੁਣ ਮੈਂ ਘਰ ਨੂੰ ਵੇਚਣਾ ਹੈ। ਵੇਚਣਾ ਵੀ ਇਦਾਂ ਕਿ ਪ੍ਰਿੰਸੀਪਲ ਬਣਾ ਕੇ ਰਹਿੰਦੇ, ਬੇਸ਼ੱਕ 2 ਬ੍ਰਦਰ ਇਕੱਠੇ ਰਹਿ ਰਹੇ ਸੀਗੇ, ਉਸ ਦੇ ਨਾਮ ਤੇ ਲਿਆ ਜਾਂ ਪੇਰੈਂਟਸ ਦੇ ਨਾਮ ਤੇ ਲੈ ਲਿਆ। ਉਹ ਕਿਹੜੀਆਂ ਚੀਜ਼ਾਂ ਜ਼ਰੂਰੀ ਆ ਕਿ ਉੱਥੋਂ ਲੱਗੇ ਕਿ ਤੁਹਾਡਾ ਇਹ ਪ੍ਰਿੰਸੀਪਲ ਹਾਊਸ ਆ, ਇਹ ਨਾ ਕਿ ਇਨਵੈਸਟਮੈਂਟ ਲਈ। ਜੇ ਇਹ ਸ਼ੋਅ ਹੋ ਗਿਆ ਕਿ ਤੁਹਾਡਾ ਇਨਵੈਸਟਮੈਂਟ ਪ੍ਰਾਪਰਟੀ ਆ ਤੇ ਤੁਹਾਨੂੰ HST ਦੁਬਾਰਾ ਦੇਣੀ ਪਊਗੀ। ਜੀ ਪਲੀਜ਼। ਹਾਂਜੀ, ਜਿਸ ਤਰ੍ਹਾਂ ਆਪਾਂ ਕਈ ਵਾਰੀ ਇਹ 'ਚ ਕਈ ਕੇਸਿਸ ਆਪਾਂ ਦੇਖ ਰਹੇ ਹੁੰਦੇ ਕਿ ਅਸੀਂ ਇਨਵੈਸਟਮੈਂਟ ਪ੍ਰਾਪਰਟੀ ਲਈ ਹੁੰਦੀ ਆ ਤੇ ਬਿਲਡਰ ਨੂੰ ਅਸੀਂ ਕਹਿ ਦਿੰਦੇ ਆ ਕਿ ਸਾਡਾ ਪ੍ਰਿੰਸੀਪਲ ਹਾਊਸ ਆ, ਮੌਰਗੇਜ ਵੀ ਅਸੀਂ ਪ੍ਰਿੰਸੀਪਲ ਹਾਊਸ ਕਹਿ ਕੇ ਕਰ ਲੈਂਦੇ ਆ, ਪਰ ਅਸੀਂ ਰਹਿੰਦੇ ਨਹੀਂ ਉੱਥੇ ਜਾ ਕੇ ਜੀ, ਤੇ ਮੁੜ ਕੇ ਰੈਂਟ ਤੇ ਵੀ ਚੜਾ ਦਿੰਦੇ ਆ ਤੇ ਅਕਾਊਂਟੈਂਟ ਕੋਲ ਆ ਕੇ ਵੀ ਅਸੀਂ ਰੈਂਟਲ ਪ੍ਰਾਪਰਟੀ ਸ਼ੋਅ ਕਰ ਦਿੰਦੇ ਆ ਉੱਥੇ, ਤਾਂ CR ਇਹਨੂੰ ਝੱਟ ਪਤਾ ਲੱਗ ਜਾਂਦਾ ਕਿ ਤੁਹਾਡਾ ਪ੍ਰਿੰਸੀਪਲ ਹਾਊਸ ਨਹੀਂ ਸੀ ਹੈਗਾ। ਤਾਂ ਉਹ 2 ਸਾਲਾਂ ਬਾਅਦ ਤੁਹਾਨੂੰ ਇੱਕ ਲੈਟਰ ਭੇਜਦਾ ਹੈ ਕਿ ਆਹ HST ਤੁਹਾਡੇ ਐਪਲੀਕੇਬਲ ਸੀ, ਜਿਹੜੀ ਤੁਸੀਂ ਐਗਜ਼ੈਂਪਸ਼ਨ ਲਈ ਹੈ, ਇਹ ਸਾਨੂੰ ਹੁਣ ਵਾਪਸ ਕਰੋ। ਫਿਰ ਉਹ ਚਿੱਠੀ ਆਉਂਦੀ, ਹਾਂਜੀ ਸਾਨੂੰ $30,000 ਦੀ ਚਿੱਠੀ ਆ ਗਈ, ਪੂਰੇ ਰੰਗ ਦੇ ਲਿਫਾਫੇ ਆ ਗਏ, ਠੀਕ ਹੈ। ਉੱਥੇ ਤੁਹਾਡੀ ਮਿਸਟੇਕ ਹੋਈ ਆ ਵੀ ਅਸੀਂ ਜਿਹੜੀ ਉਹਦੀ ਕਲੋਜ਼ਿੰਗ ਕਰਾਈ ਆ, ਅਸੀਂ ਪ੍ਰਿੰਸੀਪਲ ਹਾਊਸ ਕਹਿ ਕੇ ਕਰਾ ਲਈ, ਬਟ ਉਹ ਸਾਡੀ ਇਨਵੈਸਟਮੈਂਟ ਪ੍ਰਾਪਰਟੀ ਸੀ, ਚੇਂਜ ਕਰ ਸਕਦੇ ਹਾਂ। ਉਹ ਇਨਵੈਸਟਮੈਂਟ ਪ੍ਰਾਪਰਟੀ ਸੀ, ਅਸੀਂ ਉਹਨੂੰ, ਜੇ ਹੁਣ ਤੁਸੀਂ ਇਨਵੈਸਟਮੈਂਟ ਪ੍ਰਾਪਰਟੀ ਸੀ ਤੁਹਾਡੇ ਕੋਲ ਉਸ ਟਾਈਮ ਚਾਂਸਿਸ ਹੁੰਦਾ ਤੁਸੀਂ ਸਾਡੇ ਕੋਲ ਆਓ, ਜੇ CRA ਤੋਂ ਤੁਸੀਂ ਐਗਜ਼ੈਂਪਸ਼ਨ ਵੀ ਲੈ ਲਈ ਆ ਤਾਂ ਅਸੀਂ CRA ਕੋਲੋਂ ਚੇਂਜ ਕਰਾ ਸਕਦੇ ਹਾਂ ਵੀ ਇਹ ਇਹਨਾਂ ਦੀ ਇਨਵੈਸਟਮੈਂਟ ਪ੍ਰਾਪਰਟੀ ਸੀ, ਇਹਨਾਂ ਇਸ ਘਰ 'ਚ ਨਹੀਂ ਰਹੇ ਤਾਂ ਇਹਨਾਂ ਨੇ ਰੈਂਟ ਤੇ ਦੇ ਦਿੱਤਾ ਤੇ ਸਾਡੇ ਕੋਲ ਰੈਂਟਲ ਐਗਰੀਮੈਂਟ ਹੈਗਾ, ਅਸੀਂ ਉਹ ਬੈਕ CRA ਨੂੰ ਇਨਫੋਰਮੇਸ਼ਨ ਦੇ ਕੇ ਜਿਹੜੀ ਜਿਹੜਾ ਪ੍ਰਿੰਸੀਪਲ ਤੋਂ ਚੇਂਜ ਕਰਕੇ ਇਨਵੈਸਟਮੈਂਟ 'ਚ ਲੈ ਜਾਓਗੇ, ਹਾਂਜੀ ਉਹ ਲਿਜਾ ਸਕਦੇ ਹਾਂ ਤਾਂ ਕਿ ਇਨ ਫਿਊਚਰ ਤੁਸੀਂ ਜਿਹੜੀ ਇੰਟਰਸਟ ਪੈਨਲਟੀ ਪੈਂਦੀ ਉਹ ਤੋਂ ਬਚ ਸਕੋ। ਠੀਕ ਹੈ, ਵੈਰੀ ਗੁੱਡ। ਪਹਿਲੀ ਚੀਜ਼ ਤਾਂ ਇਹ ਹੋ ਗਈ। ਹੁਣ ਦੂਸਰੀ ਚੀਜ਼ ਆ ਗਈ ਕਿ ਅਸੀਂ ਪ੍ਰਿੰਸੀਪਲ ਹਾਊਸ ਲਿਆ ਤੇ ਪ੍ਰਿੰਸੀਪਲ ਜਾ ਕੇ ਰਹੇ, ਸਾਨੂੰ ਕੋਈ ਪ੍ਰੋਬਲਮ ਨਹੀਂ ਆਏਗੀ। ਤੀਸਰੀ ਚੀਜ਼ ਆ ਗਈ ਆ ਕਿ ਅਸੀਂ ਲਿਆ ਹੀ ਇਨਵੈਸਟਮੈਂਟ ਪ੍ਰਾਪਰਟੀ ਕਹਿ ਕੇ ਸੀ ਇਹ, ਠੀਕ ਹੈ ਜੀ। ਜੇ ਇਨਵੈਸਟਮੈਂਟ ਪ੍ਰਾਪਰਟੀ ਕਹਿ ਕੇ ਲਿਆ ਸੀ ਤਾਂ ਤੁਸੀਂ ਉਸ ਘਰ 'ਚ ਨਹੀਂ ਰਹੇ ਹੋਣੇ ਚਾਹੀਦੇ ਆ, ਤੁਹਾਡੇ ਕੋਲ ਲੀਜ਼ ਐਗਰੀਮੈਂਟ ਹੈਗਾ, ਤਾਂ ਤੁਸੀਂ ਜਿਹੜੀ HST 26,000 ਤੋਂ ਲੈ ਕੇ $30,000 ਜਿਹੜੀ HST, ਸਿਰਫ ਨਵੇਂ ਘਰਾਂ ਦੀ ਗੱਲ ਕਰ ਰਿਹਾ ਮੈਂ ਇਹ, ਜਿਹੜੀ ਉਹਦੇ 'ਤੇ ਪੈ ਰਹੀ ਆ, ਤੁਸੀਂ ਉਹ ਗਵਰਨਮੈਂਟ ਤੋਂ ਵਿਦਿਨ 1 ਈਅਰ ਬੈਕ ਲੈ ਸਕਦੇ ਆ। ਗਵਰਨਮੈਂਟ ਕੁਛ ਨਹੀਂ ਕਹਿੰਦੀ ਹੈਗੀ, ਉਹਨਾਂ ਨੂੰ ਪ੍ਰੂਫ ਚਾਹੀਦੇ ਆ। ਤੇ ਉਸ ਤੋਂ ਬਾਅਦ ਜਿਹੜੀ ਅਗਲੀ ਚੀਜ਼ ਆ ਜਾਂਦੀ ਹੈ, ਠੀਕ ਹੈ, ਹੁਣ ਸਾਡਾ ਇਹ ਇਨਵੈਸਟਮੈਂਟ ਪ੍ਰਾਪਰਟੀ ਹੈਗੀ ਹੈ, ਠੀਕ ਹੈ ਜੀ। ਹੁਣ ਇੱਥੇ ਤੁਸੀਂ ਇੱਕ ਉਹ ਵੀ ਗੱਲ ਕੀਤੀ ਸੀ ਆਪਾਂ ਸ਼ੁਰੂ ਦੇ ਵਿੱਚ ਕਿ ਮੈਂ ਜੀ ਅਸਾਈਨਮੈਂਟ ਕਲੌਜ਼ ਤੇ ਭੇਜ ਦਿੰਦਾ, ਠੀਕ ਹੈ ਜੀ। ਉਸ ਕੇਸ ਦੇ ਵਿੱਚ ਬੜਾ ਕੰਪਲੀਕੇਟਡ ਕੇਸ ਹੈਗੇ ਅਸਾਈਨਮੈਂਟ ਕਲੌਜ਼ ਵਾਲੇ ਜੀ, ਠੀਕ ਹੈ ਜੀ। ਉਹਦੇ ਵਿੱਚ ਕਾਫੀ ਕੰਪਲੀਕੇਸ਼ਨਸ ਆਉਂਦੀਆਂ ਕਿ ਇਹ ਤੁਹਾਡੀ
ਇਨਕਮ ਜਿਹੜੀ ਹੈਗੀ ਆ, ਕਿਉਂਕਿ ਉਹ ਸ਼ੋਰ ਹੀ ਆ ਕਿ ਤੁਸੀਂ HST ਪੇ ਹੀ ਕਰੋਗੇ, ਕਿ ਤੁਸੀਂ ਗਵਰਨਮੈਂਟ ਦੀ 1 ਸਾਲ ਦੀ ਜਿਹੜੀ ਕਲੌਜ਼ ਆ ਕਿ 1 ਸਾਲ ਤੁਸੀਂ ਨਾ ਰੈਂਟ 'ਤੇ ਰੱਖਿਆ ਨਾ ਆਪ ਰਹੇ ਉਹਦੇ ਵਿੱਚ, ਤੇ ਉਹ HST ਤੁਹਾਨੂੰ ਪਏਗੀ। HST ਦੀ ਤੁਹਾਨੂੰ ਕਿਤੋਂ ਵੀ ਰਿਬੇਟ ਨਹੀਂ ਮਿਲੇਗੀ। ਸੋ ਮੀਨਸ ਤੁਸੀਂ ਬਿਜ਼ਨਸ ਕੀਤਾ ਹੈ। ਹਾਂ, ਤੁਸੀਂ ਬਿਜ਼ਨਸ ਵੀ ਕੀਤਾ ਹੋ ਸਕਦਾ, ਤੁਸੀਂ ਇਹ ਵੀ ਹੋ ਸਕਦਾ ਕਿ ਤੁਸੀਂ 2-3 ਪਾਰਟਨਰਸ਼ਿਪ ਨਾਲ ਕੰਮ ਕੀਤਾ, ਹੁਣ ਕਿ ਪਾਰਟਨਰਸ਼ਿਪ ਫੇਲ ਹੋ ਗਈ, ਤੁਹਾਡੇ ਸਮਹਾਉ ਰੀਜ਼ਨ ਹੋ ਸਕਦੇ ਆ। ਬਟ HST ਤਾਂ HST ਪੇ ਹੀ ਕਰਨੀ ਪਏਗੀ। ਬਟ ਜਿਹੜਾ ਤੁਹਾਡਾ ਪ੍ਰੋਫਿਟ ਹੋਇਆ ਉਹ CRA ਕਿਸ ਤਰੀਕੇ ਨਾਲ ਦੇਖਦੀ ਹੈਗੀ ਆ ਕਿ ਇਹ ਤੁਹਾਡਾ ਬਿਜ਼ਨਸ ਇਨਕਮ ਹੈਗੀ ਆ ਕਿ ਤੁਹਾਡਾ ਕੈਪੀਟਲ ਗੇਨ ਹੈਗਾ, ਉਹ CRA ਨੇ ਅਕੋਰਡਿੰਗ ਟੂ ਤੁਹਾਡੀ ਜਿਹੜੀ ਸਰਕਮਸਟੈਂਸਿਸ ਹੈਗੀ ਉਹਦੇ ਹਿਸਾਬ ਨਾਲ ਉਹਦੇ 'ਤੇ ਟੈਕਸ ਲੈਣਾ ਹੀ ਲੈਣਾ ਹੈਗਾ। ਸੋ ਦੋਸਤੋ ਦੇਖੋ, ਮੈਂ ਫਿਰ ਕਹੂੰਗਾ ਅੱਜ ਦਾ ਮੈਂ ਬਹੁਤ ਸੋਹਣਾ ਟਾਈਟਲ ਅਸੀਂ ਬਣਾਵਾਂਗੇ ਇਹਦਾ, ਕਿ ਜਿਹੜੀਆਂ ਚੀਜ਼ਾਂ ਅਸੀਂ ਇਨਵੈਸਟਮੈਂਟ ਕੁਝ ਵੀ ਕਰਦੇ ਹਾਂ, ਅਸੀਂ ਚਾਹੁੰਦੇ ਹਾਂ ਕਿ ਅਸੀਂ ਜਿਹੜੀ ਮਿਹਨਤ ਕਰੀਏ ਨਾ, ਕਈ ਵਾਰ ਜਿਹੜਾ ਕੰਮ ਕਰਕੇ ਨਾ ਸਾਚਾ ਸਾਹਿਬ $1,00,000 ਵੀ ਕੋਈ ਕਮਾ ਲੇ ਨਾ, 1.5 ਲੱਖ ਵੀ ਕਮਾ ਲੇ, ਤੇ ਉਹਦੇ ਜਿਹੜੇ ਖਰਚੇ ਆ ਉਹ ਉਸੇ ਹੀ ਹਿਸਾਬ ਨਾਲ ਵਧਣੇ ਸ਼ੁਰੂ ਹੋ ਜਾਂਦੇ ਆ, ਤੇ ਐਂਡ ਆਫ ਦਾ ਈਅਰ ਉਹ ਇਕੁਅਲ ਜਿਹਾ ਹੀ ਹੋ ਜਾਂਦਾ ਕੰਮ। ਤੇ ਹਰ ਬੰਦੇ ਦਾ ਹੈ ਯਾਰ, ਜੇ ਕੁਝ ਹੋ ਸਕਦਾ ਹੈ। ਸੋ ਮੇਰੇ ਕਿਸੇ ਦੋਸਤ ਨੇ, ਮੇਰੇ ਰਿਸ਼ਤੇਦਾਰ ਨੇ ਨਾਲ ਛੋਟੀ ਜਿਹੀ ਇਨਵੈਸਟਮੈਂਟ ਕੀਤੀ ਸੀ, ਸਹੀ ਤਰੀਕੇ ਨਾਲ ਇਨਵੈਸਟਮੈਂਟ ਕੀਤੀ ਸੀ, ਉਹ ਐਪਰੀਸ਼ੀਏਸ਼ਨ ਹੋ ਕੇ ਪ੍ਰਾਪਰਟੀ ਜਾਂ ਉਹਦੇ ਰੈਂਟ ਤੇ ਲੈ ਕੇ ਜੋ ਵੀ 5 ਸਾਲ ਗਰੋਥ ਹੋਈ ਆ ਉਹਦੀ, ਹੈ ਨਾ, ਉਹਦੀ ਸੇਵਿੰਗ ਹੋ ਗਈ, ਉਹਨੇ ਜੋੜ ਲਏ ਆਪਣੀ ਰਿਟਾਇਰਮੈਂਟ ਲਈ ਜੋੜ ਲਏ, ਕਿਉਂਕਿ ਵੱਖਰੇ ਵੱਖਰੇ ਤਰੀਕੇ ਆ। ਇਹਨੂੰ ਵੀ ਅੱਜ ਅਸੀਂ ਪੰਜਾਬੀ ਇੰਡੀਅਨ ਇਹ ਸੋਚਣ ਲੱਗ ਗਏ ਆ ਕਿ ਭਾਈ ਸਾਡੀ ਇਹ ਮਤਲਬ ਸਾਡੀ ਜਿਹੜੀ ਰਿਟਾਇਰਮੈਂਟ ਲਈ ਇਹ ਸੌਖੀ ਹੋਣਾ, ਠੀਕ ਹੈ। ਸੋ ਉਹ ਚੀਜ਼ਾਂ ਦੋਸਤੋ ਸੋਚ ਕੇ ਜੇ ਆਪਾਂ ਇਨਵੈਸਟਮੈਂਟ ਕਰਾਂਗੇ, ਹਰ ਬੰਦੇ ਦੀ ਰਹਿ ਕਿਹਦਾ ਯੋਗਦਾਨ ਕਿੰਨਾ ਇਸ ਦੇ ਵਿੱਚ ਖਰੀਦਣ ਦੇ ਵਿੱਚ ਲਓਗੇ ਤੇ ਗੁੱਡ ਹੋ ਸਕਦੀ ਆ। ਕਿਉਂਕਿ ਸਾਚਾ ਸਾਹਿਬ ਇਹ ਜਿਹੜਾ ਮੈਂ ਅੱਜ ਦਾ ਪ੍ਰੋਗਰਾਮ ਕਰ ਰਿਹਾ ਨਾ, ਹਾਂਜੀ, ਹੋ ਸਕਦਾ ਕਿ ਜਦੋਂ ਅਸੀਂ ਐਜ਼ ਏ ਮਾਰਕੀਟ 'ਚ ਜਾਂਦੇ ਆ, ਮੇਰੇ ਵੀਰ ਮੇਰੇ ਨਾਲ ਗੁੱਸੇ ਵੀ ਹੋਣਗੇ ਕਿ ਸੰਦੀਪ ਇਹ ਕੀ ਅਵੇਅਰ ਕਰਤਾ ਤੂੰ ਲੋਕਾਂ ਨੂੰ, ਕਿਉਂਕਿ ਕਈ ਵਾਰ ਨਾ ਕਿਸੇ ਨੂੰ ਦੱਸਣਾ ਉਹ ਉਲਟਾ ਪੈ ਜਾਂਦਾ ਹੈ। ਹਾਂਜੀ, ਠੀਕ ਹੈ, ਕਈ ਵਾਰ ਮੇਰੇ ਨਾਲ ਗੁੱਸੇ ਹੋ ਸਕਦਾ, ਪਰ ਮੈਂ ਪਰਮਾਤਮਾ ਤੋਂ ਡਰ ਕੇ ਕਹਿੰਦਾ, ਮੇਰੇ ਦੋਸਤ ਆ, ਮੇਰੀ ਉਹਨਾਂ ਨਾਲ ਕੁਛ ਗੱਲ ਵੀ ਹੋਈ, ਮੈਨੂੰ ਕਹਿੰਦੇ ਯਾਰ ਤੂੰ ਲੈ ਕੇ ਨਹੀਂ ਦਿੱਤਾ। ਮੈਂ ਕਿਹਾ ਯਾਰ ਮੇਰੀ ਜ਼ਮੀਰ ਨਹੀਂ ਮੰਨਦੀ ਸੀ, ਮੈਂ ਬਿਜ਼ਨਸ ਕਰਦਾ, ਪਰ ਮੈਂ ਉਹ ਬਿਜ਼ਨਸ ਨਹੀਂ ਕਰਦਾ ਜਿਹੜਾ ਮੈਨੂੰ ਠੀਕ ਨਹੀਂ ਲੱਗਦਾ। ਮੈਂ ਤੇਰੇ ਮੂਹਰੇ ਸ਼ੀਸ਼ਾ ਦਿਖਾਤਾ, ਅੱਗੇ ਤੇਰੀ ਮਰਜ਼ੀ ਭਰਾਵਾ, ਲੈਣਾ ਤੂੰ ਲੈ। ਹਾਂਜੀ, ਠੀਕ ਹੈ ਜੀ, ਅਸੀਂ ਲੈਤਾ, ਕਿਉਂਕਿ ਜਦੋਂ ਲੈਤਾ ਬਾਈ ਚਾਂਸ ਹੀ ਮਾਰਕੀਟ ਅਪ ਹੋ ਗਈ, ਤੇ ਉਹ ਅਸੀਂ ਮਤਲਬ ਜਿਹੜਾ ਐਕਚੁਅਲ ਸਾਡੀ ਜੌਬ ਆ ਅਸੀਂ ਨਿਭਾਈ ਨਹੀਂ, ਆਪੋ ਆਟੋਮੈਟਿਕ ਹੀ ਹੋ ਗਈ ਤੇ ਅਸੀਂ ਹੀਰੋ ਬਣ ਜਾਂਦੇ ਆ। ਪਰ ਹੀਰੋ ਬਣਨਾ ਚੰਗਾ ਲੱਗਦਾ ਹੈ, ਠੀਕ ਹੈ। ਜਦੋਂ ਅਸੀਂ ਮਤਲਬ ਆਪਣੇ ਲਾਲਚ ਕਰਕੇ ਸਾਚਾ ਸਾਹਿਬ ਕਿਸੇ ਨੂੰ ਉਹ ਚੀਜ਼ ਲੈਤੀ, ਠੀਕ ਹੈ, ਕਹਿੰਦੇ ਨੇ ਨਾ ਇੱਕ ਵਾਰੀ ਵਿਚੋਲੇ ਦਾ ਕੰਮ ਆ ਕੇ ਲਾਗ ਲੈਣਾ, ਲਾਗੀ ਦਾ ਕੰਮ ਲਾਗ ਲੈਣਾ, ਤੇ ਅੱਗੇ ਭਾਵਾਂ ਦੀ ਮੈਂ ਕਹਿਣਾ ਨਹੀਂ ਚਾਹੁੰਦਾ ਉਹ ਸ਼ਬਦ, ਹਨਾ। ਸੋ ਉਹ ਜਿਹੜਾ ਲਾਗ ਅਸੀਂ ਆਪਣਾ ਲੈ ਲਿਆ ਐਜ਼ ਏ ਰੀਅਲਟਰ, ਉਸ ਤੋਂ ਬਾਅਦ ਉਹ ਬੰਦੇ ਨਾਲ ਕੀ ਵਾਪਰਦੀ ਆ, ਜਦੋਂ ਟੈਕਸ ਭਰਾਉਣ ਜਾਂਦਾ ਹੈ, ਜਦੋਂ ਉਹਦੇ ਸਾਰੇ ਪੈਂਦੇ ਆ ਕਿ ਭਾਈ ਆਹ ਚੀਜ਼ ਵੀ ਆਏ ਆ, ਆਹ ਚੀਜ਼ ਵੀ ਆਏ ਆ, ਆਹ ਚੀਜ਼ ਵੀ ਆਏ ਆ, ਤੇ ਉਹਨੂੰ ਇੱਕ ਅਸੀਂ ਦਿਖਾਇਆ ਹੁੰਦਾ ਸ਼ੀਸ਼ਾ ਕਿ ਆਹ ਤੈਨੂੰ $2,00,000 ਬਣ ਜਾਣਾ ਹੈ, ਠੀਕ ਹੈ ਜੀ। ਜਦੋਂ ਸਾਰੇ ਉਹ ਲਾਗ ਲਏ ਜਾਂਦੇ ਆ, ਹਰ ਬੰਦੇ ਨੇ ਆਪਣਾ ਆਪਣਾ ਪੋਰਸ਼ਨ ਜਿਹੜੀ ਸਰਵਿਸ ਦਿੱਤੀ ਆ ਉਹ ਕੱਢ ਲੈਣੀ ਆ, ਤੇ ਐਂਡ ਤੇ ਕਹਿੰਦਾ ਯਾਰ ਮੈਂ $2,00,000 ਲਾਇਆ ਸੀ ਤੇ ਮੈਨੂੰ ਤਾਂ 20,000 ਵੀ ਨਹੀਂ ਬਣਿਆ, ਤੇ ਵੇਟ ਕੀਤੀ ਮੈਂ 2 ਸਾਲ, ਹੈ ਨਾ। ਸੋ ਦੋਸਤੋ ਅੱਜ ਦਾ ਪ੍ਰੋਗਰਾਮ ਬਹੁਤ ਇੰਪੋਰਟੈਂਟ ਆ, ਬਹੁਤ ਸਾਰੀਆਂ ਗੱਲਾਂ ਹੁੰਦੀਆਂ ਜਿਹੜੀਆਂ ਨਾ ਇੱਥੇ ਲਾਈਵ ਸਾਰਾ ਕੁਝ ਓਪਨ ਨਹੀਂ ਕਰ ਸਕਦੇ, ਕਿਉਂਕਿ ਇੰਨਾ ਵੱਡਾ, ਜਿਹਦਾ ਪਹਿਲਾਂ ਕਿਹਾ ਜੀ 3 ਬੰਦੇ, 3 ਤੋਂ ਸਾਚਾ ਸਾਹਿਬ 2 ਨਾਲ ਹੋਰ ਜੁੜ ਗਏ, 3 ਹੋਰ ਜੁੜ ਗਏ, ਉਹ ਤੁਹਾਡਾ ਨਾਲ ਬੈਠ ਕੇ ਪੂਰਾ 2 ਘੰਟੇ ਲਾਉਣਗੇ, ਇਹ ਦੱਸਣਗੇ ਕਿ ਭਾਈ ਆਹ ਚੀਜ਼ ਆ ਹੈ, ਜੋ ਐਜ ਏ ਰੀਅਲਟਰ ਸਾਡੀ ਜ਼ਿੰਮੇਵਾਰੀ ਹੈ, ਉਹ ਸਾਡਾ ਯੋਗਦਾਨ ਆ। ਅਸੀਂ ਤੁਹਾਡੇ ਨਾਲ ਬੈਠਾਂਗੇ 2 3 4 ਘੰਟੇ ਕਿ ਭਾਈ ਇਨਵੈਸਟਮੈਂਟ ਕਰਨੀ ਆ, ਰਹਿਣ ਲਈ ਲੈਣਾ, ਰਹਿਣ ਲਈ ਤਾਂ ਬਹੁਤ ਚੀਜ਼ਾਂ ਠੀਕ ਹੋ ਸਕਦੀਆਂ ਕਿ ਅਸੀਂ ਆਪਣੇ ਲਈ ਪ੍ਰਾਪਰਟੀ ਲਈ ਆ, ਕੋਈ ਗੱਲ ਨਹੀਂ ਯਾਰ ਲੈ ਲਈ, ਮਹਿੰਗੀ ਆ ਸਸਤੀ ਆ, ਮੇਰੇ ਅਕੋਰਡਿੰਗਲੀ ਮੇਰੇ ਬੱਚਿਆਂ ਲਈ, ਮੇਰੀ ਜੌਬ ਲਈ ਠੀਕ ਸੀ, ਪਰ ਜਿਹੜੀ ਇਨਵੈਸਟਮੈਂਟ ਲਈ ਆ ਨਾ, ਉਹਨੂੰ ਸੋਚਿਆ ਕਰੋ। 1 ਦਿਨ 2 ਦਿਨ ਜਿਹੜਾ ਤੁਹਾਡਾ ਰੀਅਲਟਰ ਆ ਉਹਦੇ ਨਾਲ ਬੈਠੋ ਚੰਗੀ ਤਰ੍ਹਾਂ, ਫਿਰ ਉਹਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਕਵੇ ਭਾਈ ਆ ਮੈਂ ਤੈਨੂੰ ਦੱਸਤਾ, ਹੁਣ ਤੂੰ ਆਪਣੇ ਅਕਾਊਂਟੈਂਟ ਕੋਲੇ ਜਾ ਵੜਾ ਜਿੱਥੋਂ ਟੈਕਸ ਭਰਾਉਣਾ ਹੈ, ਫਿਰ ਉਹਨਾਂ ਦੀ ਜੌਬਵਾਰੀ। ਉਸ ਤੋਂ ਬਾਅਦ ਤੀਸਰਾ, ਜਦੋਂ ਕੰਟਰੈਕਟ ਸਾਈਨ ਕਰਦੇ ਆ, ਜੇ ਤੁਹਾਨੂੰ ਲੱਗਦਾ ਉਹਦੇ ਵਿੱਚ ਕੁਝ ਮੈਂ ਪੜਾਉਣਾ ਚਾਹੁੰਦਾ ਤੇ ਭਾਈ ਪੇ ਕਰੋ ਤੇ ਉਹ ਸਰਵਿਸ ਲੈ ਲਓ, ਤੇ ਬਾਅਦ ਦੇ ਵਿੱਚ ਜਿਵੇਂ ਆਪਾਂ ਗੱਲ ਕੀਤੀ ਹੈ ਕਿ ਤੁਹਾਡਾ ਇੱਕ ਦੂਜੇ ਨਾਲ ਫਰਕ ਨਾ ਪਵੇ। ਜਦੋਂ ਸਾਚਾ ਸਾਹਿਬ ਇਹ ਆਪਾਂ ਅਵੇਅਰ ਕਰਦੇ ਨਾ, ਮੈਨੂੰ ਲੱਗਦਾ ਬਿਜ਼ਨਸ ਘਟੂਗਾ ਨਹੀਂ, ਹਰ ਬੰਦੇ ਦਾ ਬਿਜ਼ਨਸ ਵਧੂਗਾ, ਪਰ ਸਾਨੂੰ ਟੈਂਪਰੇਰੀ ਲੱਗਦਾ ਕਿ ਸ਼ਾਇਦ ਮੇਰੀ ਚੀਜ਼ ਵਿਕੂ ਨਹੀਂ, ਮੈਨੂੰ ਲੱਗਦਾ ਕਿ ਇਸ ਚੀਜ਼ ਨਾਲ ਜ਼ਿਆਦਾ ਵਿਕੂਗੀ ਔਰ ਹਰ ਬੰਦਾ ਹੈਪੀ ਹੋਊਗਾ, ਉਹ ਅਵੇਅਰ ਹੋਊਗਾ ਉਸ ਚੀਜ਼ ਬਾਰੇ ਕਿ ਯੈਸ ਮੈਨੂੰ ਪਤਾ ਸੀ ਜੀ। ਡੈਫੀਨੇਟਲੀ। ਤੇ ਇਸ ਤੋਂ ਬਾਅਦ ਜਿਹੜੀ ਚੀਜ਼ ਆ ਜਾਂਦੀ ਆ, ਆਪਾਂ ਹੁਣ ਚਲੋ ਅੱਜ ਰੀਸਟੇਟ ਨੂੰ ਸ਼ੁਰੂ ਕੀਤਾ, ਇਹਨੂੰ ਅੱਜ ਕਰਾਂਗੇ ਜੀ। ਆਪਾਂ ਇੱਕ ਪਲੀਜ਼ ਪ੍ਰੋਮਿਸ ਕਰਕੇ ਜਾਓ ਕਿ ਮੰਥ ਦੇ ਵਿੱਚ ਇੱਕ ਵਾਰ ਆਪਾਂ ਜਿਹੜਾ ਵਿਸ਼ਾ ਲੈ ਕੇ ਆਉਣਾ ਉਹ ਤੇ ਠੋਕ ਕੇ ਗੱਲ ਕਰਨੀ ਆ ਔਰ ਅਵੇਅਰਨੈਸ ਦੇਣੀ ਆ। ਡੈਫੀਨੇਟਲੀ ਆਵਾਂਗੇ ਜੀ।
ਜੀ ਥੈਂਕ ਯੂ ਜੀ। ਤੇ ਸੈਕੰਡਲੀ ਇਸ ਤੋਂ ਬਾਅਦ ਆ ਜਾਂਦਾ ਕਿ ਜਿੱਦਾਂ ਕਿਸੇ ਨੇ ਆਪਾਂ ਘਰ ਲੈ ਲਿਆ ਹੈਗਾ, ਹੁਣ ਇਨਵੈਸਟਮੈਂਟ ਪ੍ਰਾਪਰਟੀ ਆਪਾਂ ਲੈ ਲਈ ਆ ਜੀ, ਇਹਦੇ ਅਸੀਂ ਜਿਹੜੇ ਐਕਸਪੈਂਸ ਕਰਦੇ ਆ, ਕਈ ਵਾਰੀ ਹੁੰਦਾ ਕੋਈ ਪ੍ਰਾਪਰਟੀ ਇਦਾਂ ਦੀ ਲਈ, ਉਹਦੇ 'ਚ ਆਪਾਂ ਰੈਨੋਵੇਸ਼ਨ ਕੀਤੀ ਆ, ਕੁਛ ਹੋਰ ਕੀਤਾ, ਇਹਦੇ ਵਿੱਚ ਵੀ ਜਿਹੜੇ ਐਕਸਪੈਂਸ ਹੁੰਦੇ ਆ ਬਰਾੜ ਸਾਹਿਬ, ਇਹ ਵੀ ਦੋ ਤਰ੍ਹਾਂ ਦੇ ਹੁੰਦੇ ਹੈਗੇ ਆ। ਇੱਕ ਹੁੰਦੇ ਕੈਪੀਟਲ ਨੇਚਰ ਐਕਸਪੈਂਸ, ਇੱਕ ਹੁੰਦੇ ਕਰੰਟ ਨੇਚਰ ਐਕਸਪੈਂਸ। ਜਿੱਦਾਂ ਅਸੀਂ ਪੇਂਟ ਕਰਾਇਆ ਜੀ, ਕਰੰਟ ਨੇਚਰ ਆ, ਜਿਹੜਾ ਤੁਹਾਡਾ ਰੈਂਟਲ ਇਨਕਮ ਆ ਰਹੀ ਆ, ਉਹਦੇ ਅਗੇਂਸਟ ਅਸੀਂ ਇਹਨੂੰ ਕਲੇਮ ਕਰਕੇ ਰੈਂਟਲ ਇਨਕਮ ਨੂੰ ਅਸੀਂ ਨਿਲ ਕਰ ਸਕਦੇ ਹਾਂ, ਰਿਡਿਊਸ ਕਰ ਸਕਦੇ ਹਾਂ, ਤਾਂ ਕਿ ਸਾਨੂੰ ਟੈਕਸਿਸ ਨਾ ਪੈਣ। ਠੀਕ ਹੈ। ਕਈ ਹੁੰਦੇ ਕੈਪੀਟਲ ਨੇਚਰ ਦੇ ਐਕਸਪੈਂਸ, ਜਿਸ ਤਰ੍ਹਾਂ ਵਿੰਡੋਆਂ ਲਵਾਈਆਂ, ਕਿਚਨ ਕੈਬਨਿਟ ਆ, ਫਿਕਸਚਰ ਲਵਾਏ ਕੋਈ ਵੱਡੇ ਜਿਹੜੇ ਹੈਗੇ ਆ, ਉਹ ਕੈਪੀਟਲ ਨੇਚਰ ਹੁੰਦਾ। ਜਦੋਂ ਅਸੀਂ ਉਹ ਇਨਵੈਸਟਮੈਂਟ ਪ੍ਰਾਪਰਟੀ ਸੈੱਲ ਕਰਦੇ ਹੈਗੇ ਆ, ਤੇ ਉਸ ਟਾਈਮ ਜਿਹੜੀ ਸਾਡੀ ਐਕਚੁਅਲ ਕਾਸਟ ਬੇਸ ਹੁੰਦੀ, ਜਿੰਨੇ ਦਾ ਅਸੀਂ ਬਾਏ ਕੀਤਾ, ਸਪੋਜ਼ ਕਰੋ ਅਸੀਂ 5 ਲੱਖ ਦੀ ਪ੍ਰਾਪਰਟੀ ਬਾਏ ਕੀਤੀ, 50,000 ਅਸੀਂ ਕਿਚਨ ਤੇ ਲਾਤਾ, ਬਾਹਰ ਅਸੀਂ ਡਰਾਈਵੇ ਪੱਕੇ ਕਰਾਤੇ, ਸਾਰਾ ਕੁਝ ਕਰਾਤੇ ਆ, ਤਾਂ ਉਹ ਜੇ 5 ਲੱਖ ਦੀ ਲਈ ਆ ਤਾਂ ਉਹਦੀ ਕਾਸਟ 5.5 ਹੋ ਜਾਏਗੀ ਜੀ। ਤੇ ਜਦੋਂ ਅਸੀਂ ਇਹਨੂੰ ਸੈੱਲ ਕਰਨਾ ਹੈਗਾ, ਜੋ ਸਾਡਾ ਪ੍ਰੋਫਿਟ ਹੋਊਗਾ ਉਹਨੂੰ ਕਹਿੰਦੇ ਆ ਜੀ ਕੈਪੀਟਲ ਗੇਨ। ਠੀਕ ਹੈ। ਕੈਪੀਟਲ ਗੇਨ ਦੇ ਵਿੱਚ 50% ਤੇ ਟੈਕਸ ਲੱਗਦਾ ਹੈਗਾ ਤੇ 50% ਤੇ ਟੈਕਸ ਨਹੀਂ ਲੱਗਦਾ ਹੈਗਾ, ਤਾਂ 50% ਤੇ ਤੁਸੀਂ ਟੈਕਸ ਪੇ ਕਰਕੇ ਈਜ਼ੀਲੀ ਆਪਣਾ ਗਵਰਨਮੈਂਟ ਨੂੰ ਡਿਕਲੇਅਰ ਕਰ ਦੇਣਗੇ। ਇਹ ਚੀਜ਼ਾਂ ਇਹਦੇ ਵਿੱਚ ਆਉਂਦੀਆਂ ਹੈਗੀਆਂ। ਵੈਰੀ ਗੁੱਡ। ਸੋ ਦੋਸਤੋ, ਮੈਨੂੰ ਲੱਗਦਾ ਸਮਾਂ ਬੜਾ ਤੇਜ਼ੀ ਨਾਲ ਭੱਜ ਗਿਆ। ਅੱਜ ਜਿਹੜਾ ਵਿਸ਼ਾ ਅਸੀਂ ਟੱਚ ਕੀਤਾ ਸੀਗਾ, ਅਸੀਂ ਰੀਅਲ ਅਸਟੇਟ ਦੇ ਵਿੱਚ ਜਿਹੜੀ ਇਨਵੈਸਟਮੈਂਟ ਕਰਾਉਣੀ ਆ, ਇੱਕ ਸੱਚ ਸਭ ਨਾਲ ਹੀ ਆਪਣੇ ਕੋਲ ਹੈਗੇ 4-5 ਮਿੰਟ। ਕਈ ਵਾਰ ਨਾ ਸੰਦੀਪ ਕਿਤੋਂ ਹੋਰ ਟੈਕਸ ਭਰਾਉਂਦਾ ਹੈ, ਕਿਉਂਕਿ ਜਿਹੜਾ ਸਾਡੀ ਟੈਕਸ ਪਲਾਨ ਉਹ ਕਰਦਾ ਹੈ। ਹਾਂਜੀ। ਡਾਕਟਰ, ਜਿਵੇਂ ਮੈਂ ਤੁਹਾਨੂੰ ਉਦਾਹਰਨ ਇੱਕ ਦਿੱਤੀ ਸੀ ਸੌਖੇ ਸ਼ਬਦਾਂ ਦੇ ਵਿੱਚ, ਕਿਉਂਕਿ ਜਦੋਂ ਨਾ ਸਾਡਾ ਵਾਹ ਗਏ ਤੇ ਰਾਹ ਗਏ ਪਤਾ ਲੱਗਦਾ ਹੈ। ਹਾਂਜੀ। ਜਿਹੜੀਆਂ ਕਹਾਵਤਾਂ ਬਣੀਆਂ। ਹਾਂਜੀ। ਹੈ ਨਾ, ਕੁਝ ਚੀਜ਼ਾਂ ਦੇ ਵਿੱਚ ਤਾਂ ਸਾਡਾ ਨਾ ਜਦੋਂ ਸਾਡਾ ਪੈਂਦਾ ਕਿ ਯਾਰ ਮੈਨੂੰ ਆਹ ਪ੍ਰੋਬਲਮ ਆ, ਅਸੀਂ ਉਸ ਡਾਕਟਰ ਕੋਲ ਹੀ ਜਾਂਦੇ ਹਾਂ। ਠੀਕ ਹੈ। ਟੈਕਸ ਲਈ ਅਸੀਂ ਆਮ ਕਈ ਵਾਰ ਲੋਕ ਸੋਚਦੇ ਹਾਂ ਕਿ ਭਾਈ ਟੈਕਸ ਭਰਦਾ ਮੀਨ ਜੇ ਟੈਕਸ ਭਰਦਾ ਹੈ ਨਾ, ਤੇ ਮੇਰੇ ਜਿਹੜੇ ਟੈਕਸ ਭਰਦੇ ਆ ਮੈਂ ਹੈਪੀ ਹਾਂ, ਤੁਹਾਨੂੰ ਕਹਿਣਾ ਵੀ ਹੁੰਦਾ ਕਿ ਭਾਈ ਸਾਚਾ ਸਾਹਿਬ ਆਹ ਚੀਜ਼ਾਂ ਉਹਨਾਂ ਦੇ ਜੌਬ 'ਚ ਨਹੀਂ ਆਉਂਦੀਆਂ, ਇਹ ਤੁਸੀਂ ਕੰਮ ਕਰਦੇ ਹੋ। ਹਾਂਜੀ। ਠੀਕ ਹੈ। ਤੁਹਾਡੇ ਤੋਂ ਮੈਂ ਰਾਇ ਲੈਣਾ, ਇਹ ਜੇ ਤੁਸੀਂ ਕਦੇ ਮੇਰੇ ਤੋਂ ਕੋਈ ਚਾਰਜ ਵੀ ਨਹੀਂ ਕੀਤੇ ਗਏ। ਹਾਂਜੀ। ਥੈਂਕ ਯੂ। ਚਲੋ ਮਤਲਬ ਜਿੱਦਾਂ ਵੀ ਆ, ਪਰ ਕੁਝ ਬੰਦੇ ਟੈਕਸ ਕਿਤੋਂ ਹੋਰ ਭਰਾਉਂਦੇ ਆ। ਹਾਂਜੀ। ਉਹ ਉੱਥੇ ਖੁਸ਼ ਵੀ ਹੈਗੇ ਆ, ਪਰ ਹੋ ਸਕਦਾ ਕਿ ਉਹ ਡਾਕਟਰ ਐਕਚੁਅਲ ਉਹ ਡਾਕਟਰ ਨਾ ਹੋਵੇ ਜਿਨ੍ਹਾਂ ਦੀ ਉਹ ਚੀਜ਼ ਆਪਾਂ ਗੱਲ ਕਰ ਰਹੇ ਹਾਂ। ਹਾਂਜੀ ਹਾਂਜੀ। ਉਹਨਾਂ ਨੂੰ ਤੁਸੀਂ ਸਰਵਿਸ ਦਿਓਗੇ ਜਾਂ ਨਹੀਂ ਦਿਓਗੇ, ਉਹਦੇ ਬਾਰੇ ਪਲੀਜ਼ ਕਰੋ ਕਿ ਜੇ ਉਹ ਦੋਗੇ ਤੇ ਉਹਦੇ ਮਤਲਬ ਕਿਸ ਤਰ੍ਹਾਂ ਚਾਰਜ ਕਰਕੇ ਮਤਲਬ ਤੁਸੀਂ ਉਹਨੂੰ ਗਾਈਡ ਕਰ ਸਕਦੇ ਹੋ ਕਿ ਭਾਈ ਆਹ ਚੀਜ਼ ਆ ਜੀ। ਹਾਂਜੀ, ਡੈਫੀਨੇਟਲੀ। ਜਿਸ ਤਰ੍ਹਾਂ ਆਪਾਂ ਸ਼ੁਰੂ 'ਚ ਗੱਲ ਕਰਦੇ ਸੀ, ਅੱਖਾਂ ਦਾ ਡਾਕਟਰ ਸੈਪਰੇਟ ਹੁੰਦਾ, ਦੂਸਰੇ ਡਾਕਟਰ ਸੈਪਰੇਟ ਆ, ਇੱਕ ਸਪੈਸ਼ਲਿਸਟ ਹੈਗਾ, ਫੈਮਿਲੀ ਡਾਕਟਰ, ਇਹਦੇ ਵਿੱਚ ਵੀ ਡਿਵੀਜ਼ਨਸ ਹੈਗੀਆਂ। ਕੋਈ ਅਕਾਊਂਟੈਂਟ ਇਕੱਲਾ ਪਰਸਨਲ ਟੈਕਸ ਹੀ ਫਾਈਲ ਕਰਦੇ ਆ। ਠੀਕ ਹੈ। ਕੋਈ ਅਕਾਊਂਟੈਂਟ ਹੈਗੇ ਆ, ਕੰਪਨੀਜ਼ ਹੈਗੀਆਂ ਕਾਰਪੋਰੇਸ਼ਨ ਟੈਕਸ ਹੀ ਫਾਈਲ ਕਰਦੀਆਂ। ਠੀਕ ਹੈ ਨਾ ਜੀ। ਤਾਂ ਇਹ ਸਾਡੀ ਅਸੀਂ ਦੇਖਣਾ ਕਿ ਕਿਹੜਾ ਬੰਦਾ ਕਿਹੜੀ ਚੀਜ਼ 'ਚ ਐਕਸਪਰਟ ਹੈਗਾ। ਜਿੱਦਾਂ ਹੁਣ ਜੇ ਤੁਸੀਂ ਸਾਡੇ ਕੋਲ ਆਓਗੇ, ਅਸੀਂ ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਕਿ ਆਪਣੇ 2-3 ਬ੍ਰਾਂਚਿਸ ਹੈਗੀਆਂ ਜੀ। ਅਸੀਂ ਕੈਂਬਰਿਜ ਵੀ ਅਵੇਲੇਬਲ ਹੁੰਦੇ ਹਾਂ, ਇੱਥੇ ਵੀ ਅਵੇਲੇਬਲ ਹੁੰਦੇ। ਸਾਡੇ ਡਿਫਰੈਂਟ ਬ੍ਰਾਂਚਾਂ ਦੇ ਵਿੱਚ ਹਰੇਕ ਡਿਪਾਰਟਮੈਂਟ ਸੈਪਰੇਟ ਕੀਤਾ ਹੋਇਆ। ਜੇ ਕੋਈ ਇਕੱਲਾ ਕਾਰਪੋਰੇਸ਼ਨ ਟੈਕਸ ਕਰਾਉਣਾ ਚਾਹੁੰਦਾ ਤਾਂ ਕਾਰਪੋਰੇਸ਼ਨ ਟੈਕਸ ਕਰਦੇ ਹਾਂ। ਹੁਣ ਸਪੋਜ਼ ਕਰੋ HST ਵਾਲਾ ਇਸ਼ੂ ਲੈ ਲਓ, ਸਾਡਾ ਟੋਟਲੀ ਸਟਾਫ ਦੇ ਵਿੱਚ 2 ਮੈਂਬਰ ਆ ਜਿਹੜਾ ਸਿਰਫ ਤੇ ਸਿਰਫ HST ਰਿਬੇਟ ਤੇ ਹੀ ਕੰਮ ਕਰਦੇ ਹੈਗੇ ਆ। ਇਸ ਲਈ ਤੁਸੀਂ ਇੱਕ ਛੋਟੀ ਜਿਹੀ ਸਰਵਿਸ ਲੈਣੀ ਆ ਸਾਡੇ ਕੋਲ, ਉਹ ਛੋਟੀ ਜਿਹੀ ਸਰਵਿਸ ਲੈ ਸਕਦੇ ਆ। ਇਹ ਅਸੀਂ ਇਕੱਲੀ ਤੁਹਾਡੀ ਰੈਂਟਲ ਪ੍ਰਾਪਰਟੀ ਦੀ HST ਦੀ ਰਿਬੇਟ ਐਪਲੀਕੇਸ਼ਨ ਹੀ ਭਰਾਂਗੇ ਤੇ ਭਰ ਲਓਗੇ ਤੁਸੀਂ, ਟੈਕਸ ਜਿੱਥੋਂ ਮਰਜ਼ੀ ਕਰਾਓ, ਉਹ ਤੁਹਾਡਾ ਪੋਰਸ਼ਨ ਉਹ ਖਤਮ ਹੋ ਗਿਆ। ਓਕੇ। ਇੱਕ ਆ ਜਾਂਦਾ ਕਿ ਅਸੀਂ ਕਾਰਪੋਰੇਸ਼ਨ ਖਿਲਾਣੀ ਹੈਗੀ ਆ, ਜਿਸ ਤਰ੍ਹਾਂ ਆਪਾਂ ਕਾਰਪੋਰੇਸ਼ਨਾਂ ਖੋਲ੍ਹਦੇ ਹਾਂ ਲੋਕਾਂ ਦੇ, ਸਾਡੇ ਕੋਲ ਉਹਦਾ ਵੀ ਇੱਕ ਡਿਫਰੈਂਟ ਸੈਟਅਪ ਹੈਗਾ। ਤੁਸੀਂ ਉਹ ਸਾਡੇ ਪਰਟੀਕੁਲਰ ਸਟਾਫ ਮੈਂਬਰ ਨੂੰ ਮਿਲੋ, ਉਹ ਤੁਹਾਡਾ ਕਾਰਪੋਰੇਸ਼ਨ ਨਾਲ ਰਿਲੇਟਡ ਹਰੇਕ ਚੀਜ਼ ਕਰੇਗਾ। ਈਵਨ ਇਨ ਫਿਊਚਰ ਵੀ ਟੈਕਸ ਤੁਸੀਂ ਜਿੱਥੇ ਮਰਜ਼ੀ ਭਰਾਓ, ਸਪੋਜ਼ ਕਰੋ ਤੁਸੀਂ ਕਾਰਪੋਰੇਸ਼ਨ ਨਾਲ ਰਿਲੇਟਡ ਕੋਈ ਉਹ ਚੇਂਜਿਸ ਲਿਆਉਣੀਆਂ ਹੈਗੀਆਂ, ਤੁਸੀਂ ਸਾਨੂੰ ਫਿਰ ਵੀ ਕੰਟੈਕਟ ਕਰ ਸਕਦੇ ਹੋ। ਉਹ ਬੰਦਾ ਉਹ ਕਾਰਪੋਰੇਸ਼ਨ ਨਾਲ ਰਿਲੇਟਡ ਜੋ ਵੀ ਚੇਂਜਿਸ ਆ ਤੁਹਾਡੀਆਂ ਕਰਕੇ ਦੇਵੇਗਾ, ਤੇ ਪ੍ਰੋਪਰ ਤੁਹਾਨੂੰ ਗਾਈਡ ਵੀ ਕਰਾਂਗੇ ਵੀ ਆਹ ਚੀਜ਼ਾਂ ਤੁਹਾਡੇ ਕੋਲ ਰੱਖਣੀਆਂ ਬਹੁਤ ਜ਼ਰੂਰੀ ਹੈਗੀਆਂ। ਸੋ ਦੋਸਤੋ, ਘਬਰਾਉਣ ਦੀ ਤੁਹਾਨੂੰ ਜ਼ਰੂਰਤ ਨਹੀਂ ਹੈਗੀ ਕਿ ਭਾਈ ਮੈਂ ਟੈਕਸ ਇੱਥੋਂ ਭਰਾਉਣਾ ਹੈ ਜਾਂ ਮੈਂ ਕੁਛ ਇੱਧਰੋਂ ਕਰਦਾ। ਜ਼ਰੂਰ ਤੁਹਾਨੂੰ ਲੱਗਦਾ ਜਿਸ ਤਰ੍ਹਾਂ ਅੱਜ ਅਸੀਂ ਟੱਚ ਕੀਤਾ ਕਿ ਰੀਅਲ ਅਸਟੇਟ ਇਨਵੈਸਟਮੈਂਟ ਲਈ, ਹੈ ਨਾ। ਸੋ ਤੁਹਾਡੇ ਮਨ 'ਚ ਕੋਈ ਵੀ ਸਵਾਲ ਆਉਂਦਾ, ਸਕਰੀਨ 'ਤੇ ਨੰਬਰ ਸਾਚਾ ਸਾਹਿਬ ਦਾ ਸੈੱਲ ਨੰਬਰ ਹੀ ਆਪਣਾ ਇਹਨਾਂ ਨੇ ਸ਼ੇਅਰ ਕਰਤਾ, ਤੁਸੀਂ ਕਾਲ ਕਰ ਲਿਓ। ਕਈ ਵਾਰ ਫੋਨ ਨਹੀਂ ਚੱਕ ਸਕਦੇ, ਟੈਕਸਟ ਮੈਸੇਜ ਕਰ ਦਿਓ, ਤੁਹਾਨੂੰ ਸਾਚਾ ਸਾਹਿਬ ਆਪ ਜਾਂ ਇਹਨਾਂ ਦਾ ਕੋਈ ਸਟਾਫ ਮੈਂਬਰ ਤੁਹਾਨੂੰ ਕਾਲ ਕਰੂਗਾ। ਤੁਹਾਡਾ ਕੋਈ ਵੀ ਸਵਾਲ ਹੋਇਆ, ਜਿੰਨਾ ਕੁ ਫੋਨ 'ਤੇ ਦੱਸ ਸਕਦੇ ਉਹ, ਜਾਂ ਤੁਸੀਂ ਇਹਨਾਂ ਦੇ ਆਫਿਸ ਲੋਕੇਸ਼ਨਾਂ ਪੁੱਛ ਕੇ ਉੱਥੇ ਇਹਨਾਂ ਨਾਲ ਅਪਾਇੰਟਮੈਂਟ ਬਣਾ ਕੇ ਮਿਲੋ, ਬੈਠੋ। ਉਸ ਤੋਂ ਬਾਅਦ ਜਿਹੜੀ ਇਨਵੈਸਟਮੈਂਟ ਕਰੋ, ਫਿਰ ਉਹ ਤੁਹਾਡਾ ਰੀਅਲਟਰ ਵੀ ਖੁਸ਼ ਹੋਵੇ, ਤੁਹਾਡਾ ਲਾਇਰ ਵੀ ਖੁਸ਼ ਹੋਵੇ, ਤੁਸੀਂ ਵੀ ਖੁਸ਼ ਹੋਵੇ, ਤੁਹਾਡਾ ਪਰਿਵਾਰ ਵੀ ਖੁਸ਼ ਹੋਵੇ, ਤੇ ਜੋ ਤੁਸੀਂ ਆਪਣੇ ਉਹ ਫਿਊਚਰ ਪਲਾਨ ਬਣਾਏ ਹੋਏ ਆ ਕਿ ਭਾਈ
ਜਦੋਂ ਰਿਟਾਇਰ ਹੋ ਗਏ ਮੈਂ ਆਹ ਕੁਝ ਕਰਨਾ, ਇੰਨੇ ਡਾਲਰ ਸਾਡੇ ਕੋਲ ਬਚਣਗੇ, ਉਹ ਤਾਂ ਹੀ ਬਚ ਸਕਦੇ ਆ। ਤੇ ਬਾਅਦ ਦੇ ਵਿੱਚ ਫਿਰ ਇੱਕ ਦੂਜੇ ਨੂੰ ਅਸੀਂ ਵਧੀਆ ਗੱਲਾਂ ਬਾਤਾਂ ਕਹੀਏ ਕਿ ਯੈਸ ਮੇਰੇ ਰਿਅਲਟਰ ਨੇ ਮੇਰੀ ਇੰਨੀ ਹੈਲਪ ਕੀਤੀ, ਮੇਰੇ ਟੈਕਸਮੈਨ ਨੇ ਇੰਨੀ ਹੈਲਪ ਕੀਤੀ, ਮੇਰੇ ਲਾਇਰ ਨੇ ਇੰਨੀ ਹੈਲਪ ਕੀਤੀ। ਸੋ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ। ਸੱਚਾ ਸਾਹਿਬ ਤੁਸੀਂ ਸਮਾਂ ਕੱਢਿਆ, ਰੀਅਲੀ ਤੁਹਾਡਾ ਮੈਂ ਥੈਂਕ ਯੂ ਕਰਦਾ, ਧੰਨਵਾਦ ਕਰਦਾ। ਅਖੀਰ ਦੇ ਵਿੱਚ ਕੁਝ ਕਹਿਣਾ ਚਾਹੁੰਦੇ ਆਪਣੇ ਦਰਸ਼ਕਾਂ? ਮੈਂ ਐਟ ਦੀ ਐਂਡ ਮੈਂ ਸਾਰਿਆਂ ਨੂੰ ਇਹੀ ਕਹਿਣਾ ਚਾਹਾਂਗਾ ਕਿ ਕੋਈ ਵੀ ਤੁਹਾਨੂੰ ਇਨਫੋਰਮੇਸ਼ਨ ਦੀ ਲੋੜ ਹੈਗੀ, ਤੁਹਾਨੂੰ ਨਹੀਂ ਸਮਝ ਆਉਂਦੀ ਹੈਗੀ, ਸਾਡੇ ਕੋਲ 15 ਮਿੰਟ ਦੀ ਵਿੰਡੋ ਹੁੰਦੀ ਆ। 15 ਮਿੰਟ ਤੁਸੀਂ ਸਾਡੇ ਕੋਲ ਆ ਕੇ ਫ੍ਰੀ ਕੰਸਲਟ ਆਪਣਾ ਬਿਜ਼ਨਸ ਕਰ ਸਕਦੇ ਆ। ਤੁਹਾਨੂੰ ਸਰਵਿਸ ਸਾਡੀਆਂ ਸਹੀ ਲੱਗਣਗੀਆਂ, ਤੁਸੀਂ ਸਾਡੇ ਕੋਲ ਡੈਫੀਨੇਟਲੀ ਜੁੜੋਗੇ। ਤੁਹਾਨੂੰ ਨਹੀਂ ਚੰਗੀਆਂ ਲੱਗਣਗੀਆਂ, ਤੁਸੀਂ ਨਹੀਂ ਸਾਡੇ ਨਾਲ ਜੁੜੋਗੇ। ਅਸੀਂ ਤੁਹਾਨੂੰ ਕੋਈ ਬਾਉਂਡਡ ਨਹੀਂ ਕਰਦੇ ਕਿ ਹਾਂਜੀ ਤੁਸੀਂ ਸਾਡੇ ਕੋਲ ਹੀ ਆਏ ਆ, ਠੀਕ ਆ। ਸਾਡੇ ਵਰਗੇ ਬਹੁਤ ਅਕਾਊਂਟੈਂਟ ਸਾਡੇ ਤੋਂ ਵਧੀਆ ਬਹੁਤ ਮਾਰਕੀਟ 'ਚ ਬੈਠੇ ਹੈਗੇ ਆ, ਜਿਹੜੇ ਇਸ ਤੋਂ ਵੀ ਵਧੀਆ ਸਰਵਿਸ ਪ੍ਰੋਵਾਈਡ ਕਰਦੇ ਹੈਗੇ ਆ। ਤੁਸੀਂ ਜਾ ਸਕਦੇ ਆ, ਬਟ ਸਾਡੀ ਇੱਕ ਛੋਟੀ ਜਿਹੀ ਗੁਜ਼ਾਰਿਸ਼ ਹੁੰਦੀ ਆ ਵੀ ਓਪੀਨੀਅਨ ਲੈਣਾ ਬਹੁਤ ਜ਼ਰੂਰੀ ਹੈ, ਇਨਫੋਰਮੇਸ਼ਨ ਲੈਣੀ ਬਹੁਤ ਜ਼ਰੂਰੀ ਆ। ਤੇ ਇਹ ਸੋਚਣਾ ਨਹੀਂ ਕਿ ਆਹ ਬੰਦਾ ਆ ਨਹੀਂ ਮੈਨੂੰ ਚਾਰਜ ਕਰ ਲੂਗਾ, ਫਲਾਣਾ ਕਰ ਲੂਗਾ। ਸਾਡੇ ਕੋਲ 15 ਮਿੰਟ ਦੀ ਵਿੰਡੋ ਦਿੱਤੀ ਹੋਈ ਅਸੀਂ, ਆਓ ਬੈਠੋ, ਦਿਖਾਓ ਪੇਪਰ, ਅਸੀਂ ਤੁਹਾਨੂੰ ਦੱਸ ਦਾਂਗੇ। ਕਰਾਉਣਾ ਨਾ ਕਰਾਉਣਾ ਤੁਹਾਡੀ ਮਰਜ਼ੀ ਆ। ਸਾਡਾ ਹੈੱਡ ਆਫਿਸ ਤਾਂ ਸਾਰਿਆਂ ਨੂੰ ਪਤਾ ਹੀ ਆ, ਖਾਲਸਾ ਡਰਾਈਵ 1332 ਯੂਨਿਟ 4 ਪੰਜਾਬ ਟੈਕਸ ਸੋਲਿਊਸ਼ਨ ਇੰਕ। ਤੇ ਤੁਸੀਂ 10 to 5 ਕਿਸੇ ਵੀ ਦਿਨ ਸਾਨੂੰ ਆ ਕੇ ਮਿਲ ਸਕਦੇ। ਸੱਚਾ ਸਾਹਿਬ ਬਹੁਤ ਮਿਹਰਬਾਨੀ, ਸ਼ੁਕਰੀਆ, ਥੈਂਕ ਯੂ ਜੀ, ਧੰਨਵਾਦ। ਸੋ ਦੋਸਤੋ ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ, ਜਿਹੜਾ ਕਿ ਅਸੀਂ ਸਪੈਸ਼ਲ ਅੱਜ ਇਨਵੈਸਟਮੈਂਟ ਪ੍ਰੋਪਰਟੀ ਦੀ ਗੱਲਬਾਤ ਕੀਤੀ। ਅਗਲੇ ਦਿਨਾਂ ਦੇ ਵਿੱਚ ਹੋਰ ਇਸ ਤਰ੍ਹਾਂ ਹੀ ਸੱਚਾ ਸਾਹਿਬ ਇੱਕ ਦਿਨ ਮੰਥ ਦੇ ਵਿੱਚ ਆਇਆ ਕਰਨਗੇ। ਤੁਹਾਡੇ ਮਨ 'ਚ ਕੋਈ ਸਵਾਲ ਆਉਂਦਾ ਹੈ ਕਿ ਤੁਸੀਂ ਕਰਨਾ, ਮੈਨੂੰ ਤੁਸੀਂ ਟੈਕਸਟ ਮੈਸੇਜ ਵੀ ਕਰ ਦੇਣਾ, ਨੰਬਰ ਸੱਚਾ ਸਾਹਿਬ ਦਾ ਚਾਹੀਦਾ, ਉਹ ਮੇਰੇ ਤੋਂ ਤੁਸੀਂ ਲੈ ਸਕਦੇ ਹੋ। ਸੋ ਰੀਅਲ ਅਸਟੇਟ ਦੇ ਸੰਬੰਧ ਵਿੱਚ ਤੁਹਾਨੂੰ ਕੋਈ ਸੇਵਾਵਾਂ ਚਾਹੀਦੀਆਂ ਤਾਂ ਵੀ ਤੁਸੀਂ ਮੇਰੇ ਨਾਲ ਗੱਲਬਾਤ ਕਰ ਲਿਓ। ਇੰਸ਼ੋਰੈਂਸ ਦੀਆਂ ਸੇਵਾਵਾਂ ਲਈ ਪਾਬੰਦੀ ਬੈਨੀਪਾਲ 416 841 7400 ਐਂਡ ਇੰਡੀਆ ਤੋਂ ਕਈ ਵਾਰ ਅਸੀਂ ਹਜੇ ਵੀ ਆਪਣੇ ਆਪ ਨੂੰ ਸਟਕ ਮਹਿਸੂਸ ਕਰ ਰਹੇ ਹਾਂ। ਕੁਝ ਪਰਿਵਾਰ ਗਏ ਹੋਏ ਸੀਗੇ, ਵਾਪਸ ਕਿੱਦਾਂ ਆਉਣਾ, ਤੇ ਆਲ ਲਿੰਕ ਟਰੈਵਲ ਸਾਡਾ ਹੈਗਾ ਜੀ 905 458 5252 ਦੇ ਉੱਪਰ ਗੱਲਬਾਤ ਕੀਤੀ ਜਾ ਸਕਦੀ ਆ। ਪ੍ਰੋਗਰਾਮ ਦੇਖਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ। ਸੋ ਮੈਂ ਪ੍ਰੋਗਰਾਮ ਕਰਤਾ, ਤੁਹਾਡਾ ਕੋਈ ਸਵਾਲ ਹੋਵੇ ਮੇਰੇ ਨਾਲ ਗੱਲਬਾਤ ਕਰ ਲਿਓ, ਕੋਈ ਗਲਤੀ ਹੋਈ ਉਹਦੇ ਲਈ ਮਾਫੀ, ਬਹੁਤ ਮਿਹਰਬਾਨੀ। ਸਤਿ ਸ਼੍ਰੀ ਅਕਾਲ।